ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਬੀਨਾ ਹੈ। ਅਸੀਂ ਆਪਣੇ ਸ਼ਹਿਰ ਛੱਡ ਕੇ ਦੂਜੇ ਸ਼ਹਿਰ 'ਚ ਸ਼ਿਫਟ ਹੋ ਗਏ ਸੀ। ਅਸੀਂ ਇਹ ਨਹੀਂ ਜਾਣਦੇ ਸੀ ਕਿ ਉੱਥੇ ਜਾ ਕੇ ਸਾਡਾ ਅਤੀਤ ਸਾਡਾ ਪਿੱਛਾ ਕਰੇਗਾ। ਮੇਰੀ ਮੰਮੀ ਇਸ ਸ਼ਹਿਰ ਵਿੱਚ ਆਉਣ ਤੋਂ ਬਾਅਦ ਇੱਕ ਕੰਪਨੀ 'ਚ ਨੌਕਰੀ ਕਰਨ ਲੱਗ ਗਈ। ਇੱਕ ਦਿਨ ਮੈਂ ਆਪਣੇ ਸਕੂਲ ਤੋਂ ਡਾਇਰੈਕਟ ਮੰਮੀ ਦੇ ਆਫਿਸ ਵਿੱਚ ਚਲੀ ਗਈ। ਮੈਂ ਸੋਚਿਆ ਕਿ ਆਪਣੀ ਮੰਮੀ ਦੇ ਨਾਲ ਥੋੜ੍ਹਾ ਟਾਈਮ ਸਪੈਂਡ ਕਰ ਲਵਾਂਗੀ, ਕਿਉਂਕਿ ਮੇਰੀ ਮੰਮੀ ਜ਼ਿਆਦਾਤਰ ਬਿਜ਼ੀ ਰਹਿੰਦੀ ਸੀ। ਪਰ ਜਦੋਂ ਮੈਂ ਉੱਥੇ ਗਈ ਤਾਂ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਮੇਰੀ ਮੰਮੀ ਉੱਥੇ ਕੰਮ ਨਹੀਂ ਕਰ ਰਹੀ ਸੀ, ਬਲਕਿ ਇੱਕ ਚਾਹ ਵਾਲੇ ਦੇ ਨਾਲ। ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਇੱਕ ਛੋਟੇ ਜਿਹੇ ਘਰ ਵਿੱਚ ਖੁਦ ਨੂੰ ਅਤੇ ਆਪਣੀ ਮੰਮੀ ਨੂੰ ਦੇਖਿਆ ਸੀ। ਅਸੀਂ ਦੋਨੋਂ ਮਾਵਾਂ ਧੀਆਂ ਇਕੱਲੀਆਂ ਹੀ ਰਹਿੰਦੀਆਂ ਸੀ। ਮੈਂ ਬਹੁਤ ਛੋਟੀ ਸੀ ਤੇ ਮੇਰੀ ਮੰਮੀ ਮੈਨੂੰ ਘਰ 'ਚ ਬੰਦ ਕਰਕੇ ਖੁਦ ਪਤਾ ਨਹੀਂ ਕਿੱਥੇ ਚਲੀ ਜਾਂਦੀ ਸੀ। ਦੁਪਹਿਰ ਦੇ ਬਾਅਦ ਆਉਂਦੀ ਸੀ। ਮੈਂ ਛੋਟੀ ਜਿਹੀ, ਸਾਰਾ ਦਿਨ ਮੈਂ ਰੋਂਦੀ ਰਹਿੰਦੀ। ਮੈਨੂੰ ਆਪਣੀ ਮੰਮੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ। ਜਦੋਂ ਸ਼ਾਮ ਨੂੰ ਮੇਰੀ ਮੰਮੀ ਘਰ ਆਉਂਦੀ ਤਾਂ ਮੈਨੂੰ ਸੀਨੇ ਨਾਲ ਲਾਉਂਦੀ ਤੇ ਮੈਨੂੰ ਆਪਣੇ ਆਪ ਤੋਂ ਅਲੱਗ ਨਹੀਂ ਹੋਣ ਦਿੰਦੀ ਸੀ। ਮੇਰੇ ਲਈ ਖਾਣਾ ਬਣਾਉਂਦੀ, ਮੈਂ ਆਪਣੇ ਹੱਥਾਂ ਨਾਲ ਖਵਾਉਂਦੀ। ਫਿਰ ਮੈਨੂੰ ਮੇਰੀ ਮੰਮੀ ਬਹੁਤ ਚੰਗੀ ਲੱਗਦੀ। ਜਦੋਂ ਮੈਂ ਥੋੜ੍ਹੀ ਜਿਹੀ ਵੱਡੀ ਹੋ ਗਈ ਤਾਂ ਮੰਮੀ ਨੇ ਮੇਰਾ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤਾ। ਮੈਂ ਬਹੁਤ ਖੁਸ਼ ਸੀ, ਕਿਉਂਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮੇਰੀ ਮੰਮੀ ਪਤਾ ਨਹੀਂ ਕਿੱਥੇ ਚਲੀ ਜਾਂਦੀ। ਜਦੋਂ ਮੇਰਾ ਛੁੱਟੀ ਦਾ ਸਮਾਂ ਹੁੰਦਾ ਤਾਂ ਉਹ ਮੈਨੂੰ ਖੁਦ ਸਕੂਲ ਤੋਂ ਵਾਪਸ ਲੈ ਕੇ ਆਉਂਦੀ। ਮੈਂ ਸਕੂਲ ਤੋਂ ਵਾਪਸ ਆ ਕੇ ਮੰਮੀ ਨੂੰ ਪੂਰੇ ਦਿਨ ਦੀ ਕਹਾਣੀ ਸੁਣਾਉਂਦੀ ਕਿ ਮੈਂ ਸਕੂਲ ਵਿੱਚ ਕੀ ਕੀ ਕੀਤਾ ਤੇ ਕੀ ਕੀ ਨਹੀਂ। ਮੰਮੀ ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਖੁਸ਼ ਹੋ ਜਾਂਦੀ। ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮੇਰੀਆਂ ਫਰੈਂਡਸ ਸਕੂਲ ਵਿੱਚ ਆਪਣੇ ਪਾਪਾ ਦੇ ਬਾਰੇ ਗੱਲਾਂ ਕਰਦੀਆਂ। ਕੋਈ ਕਹਿੰਦੀ ਕਿ ਉਸਦੇ ਪਾਪਾ ਉਸ ਨੂੰ ਘੁਮਾਉਣ ਲੈ ਕੇ ਜਾਂਦੇ ਆ, ਕੋਈ ਕਹਿੰਦੀ ਕਿ ਉਸਦੇ ਪਾਪਾ ਉਸਦੇ ਲਈ ਬਹੁਤ ਸਾਰੇ ਗਿਫਟ ਲੈ ਕੇ ਆਉਂਦੇ ਆ। ਇੱਕ ਦਿਨ ਮੇਰੀ ਫਰੈਂਡ ਨੇ ਮੈਨੂੰ ਪੁੱਛਿਆ ਕਿ ਤੇਰੇ ਪਾਪਾ ਕੀ ਕਰਦੇ ਆ, ਤੂੰ ਆਪਣੇ ਪਾਪਾ ਦੇ ਨਾਲ ਕਿੱਥੇ ਘੁੰਮਣ ਜਾਂਦੀ ਆ। ਪਰ ਮੈਂ ਉਹਨਾਂ ਨੂੰ ਕੀ ਦੱਸਦੀ ਕਿ ਮੇਰੇ ਪਾਪਾ ਹੁੰਦੇ ਤਾਂ ਮੈਂ ਉਹਨਾਂ ਨੂੰ ਕੋਈ ਜਵਾਬ ਦਿੰਦੀ। ਮੇਰੇ ਕੋਲ ਉਹਨਾਂ ਨੂੰ ਦੇਣ ਦੇ ਲਈ ਕੋਈ ਵੀ ਜਵਾਬ ਨਹੀਂ ਸੀ। ਮੈਂ ਨਾ ਕਦੇ ਆਪਣੇ ਪਾਪਾ ਨੂੰ ਦੇਖਿਆ ਸੀ ਤੇ ਨਾ ਕਦੇ ਉਹਨਾਂ ਦੇ ਬਾਰੇ 'ਚ ਕੋਈ ਗੱਲ ਸੁਣੀ ਸੀ। ਕਦੇ ਮੰਮੀ ਨੇ ਮੈਨੂੰ ਮੇਰੇ ਪਾਪਾ ਬਾਰੇ ਕੁਝ ਦੱਸਿਆ ਹੀ ਨਹੀਂ, ਨਾ ਹੀ ਮੈਂ ਆਪਣੀ ਮੰਮੀ ਨਾਲ ਕਦੇ ਆਪਣੇ ਪਾਪਾ ਬਾਰੇ ਕੋਈ ਗੱਲ ਕੀਤੀ ਸੀ। ਉਸ ਦਿਨ ਘਰ ਆ ਕੇ ਮੈਂ ਮੰਮੀ ਨੂੰ ਪੁੱਛਿਆ, ਪਾਪਾ ਬਾਰੇ ਪੁੱਛ ਲਿਆ। ਮੇਰੇ ਪੁੱਛਣ 'ਤੇ ਮੰਮੀ ਨੂੰ ਬਹੁਤ ਹੀ ਗੁੱਸਾ ਆਇਆ। ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਉਹਨਾਂ ਦੇ ਬਾਰੇ ਕੁਝ ਨਹੀਂ ਪੁੱਛਣਾ। ਪਰ ਮੈਂ ਕਿਵੇਂ ਨਾ ਪੁੱਛਦੀ, ਉਹ ਮੇਰੇ ਪਿਤਾ ਸੀ ਤੇ ਮੈਂ ਆਪਣੇ ਪਿਤਾ ਦੇ ਬਾਰੇ ਤਾਂ ਆਪਣੀ ਮਾਂ ਨੂੰ ਹੀ ਨਹੀਂ ਪੁੱਛਦੀ ਤਾਂ ਫਿਰ ਕਿਸ ਨੂੰ ਪੁੱਛਦੀ। ਮੈਂ ਆਪਣੀ ਮਾਂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਉਸ ਦੀ ਗੱਲ ਨਹੀਂ ਸਮਝ ਰਹੀ ਸੀ। ਫਿਰ ਹਰ ਦੂਜੇ ਤੀਜੇ ਦਿਨ ਆਪਣੀ ਮੰਮੀ ਤੋਂ ਪਾਪਾ ਦੇ ਬਾਰੇ ਕੁਝ ਨਾ ਕੁਝ ਪੁੱਛਦੀ ਰਹਿੰਦੀ। ਇੱਕ ਦਿਨ ਤਾਂ ਮੈਂ ਮੰਮੀ ਨੂੰ ਕਹਿ ਦਿੱਤਾ ਕਿ ਮੈਂ ਆਪਣੇ ਪਾਪਾ ਦੇ ਕੋਲ ਜਾਣਾ। ਮੰਮੀ ਨੇ ਮੈਨੂੰ ਗੁੱਸੇ 'ਚ ਕਿਹਾ ਕਿ ਤੇਰੇ ਪਾਪਾ ਮਰ ਚੁੱਕੇ ਆ। ਮੈਨੂੰ ਆਪਣੀ ਮੰਮੀ ਦੀ ਇਸ ਗੱਲ 'ਤੇ ਬਹੁਤ ਹੀ ਗੁੱਸਾ ਆਇਆ। ਮੰਮੀ ਆਖਰਕਾਰ ਇਸ ਤਰ੍ਹਾਂ ਕਿਉਂ ਕਹਿ ਰਹੀ ਆ? ਜੇ ਪਾਪਾ ਮਰ ਵੀ ਗਏ ਆ ਤਾਂ ਮੰਮੀ ਨੂੰ ਇਹ ਗੱਲ ਇੰਨੇ ਗੁੱਸੇ 'ਚ ਕਹਿਣ ਦੀ ਕੀ ਜ਼ਰੂਰਤ ਸੀ? ਕਦੇ ਕਦੇ ਮੈਂ ਇਕੱਲੀ ਘਰ ਤੋਂ ਬਾਹਰ ਫਰੈਂਡਸ ਦੇ ਘਰ ਚਲੀ ਜਾਂਦੀ। ਮੰਮੀ ਮੈਨੂੰ ਬਹੁਤ ਝਿੜਕਦੀ। ਮੈਂ ਕਹਿੰਦੀ ਕਿ ਘਰ ਤੋਂ ਬਾਹਰ ਨਾ ਜਾਇਆ ਕਰ। ਮੈਂ ਵੀ ਇਸੇ ਵਜ੍ਹਾ ਨਾਲ ਬਰਬਾਦ ਹੋਈ ਹਾਂ। ਮੈਂ ਆਪਣੀ ਮੰਮੀ ਨੂੰ ਪੁੱਛਦੀ ਕਿ ਆਖਰ ਬਾਹਰ ਆਪਣੀਆਂ ਫਰੈਂਡਸ ਦੇ ਘਰ ਜਾਣ 'ਤੇ ਕੀ ਪਰੇਸ਼ਾਨੀ ਆ, ਪਰ ਆਪਣੀ ਮੰਮੀ ਦੀ ਗੱਲ ਮੈਨੂੰ ਬਹੁਤ ਅਜੀਬ ਲੱਗਦੀ। ਭਲਾ ਕੋਈ ਬਾਹਰ ਜਾਣ ਦੀ ਵਜ੍ਹਾ ਨਾਲ ਕਿਵੇਂ ਬਰਬਾਦ ਹੋ ਸਕਦਾ? ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਮੰਮੀ ਇੱਕ ਫੈਕਟਰੀ ਵਿੱਚ ਜੌਬ ਕਰਦੀ ਆ। ਵੈਸੇ ਤਾਂ ਮੇਰੀ ਮੰਮੀ ਕਾਫੀ ਪੜ੍ਹੀ ਲਿਖੀ ਸੀ। ਫੈਕਟਰੀ 'ਚ ਉਸਦਾ ਕੁਝ ਕੰਮ ਅਜਿਹਾ ਹੀ ਸੀ। ਉਹ ਇੰਨੇ ਪੈਸੇ ਕਮਾ ਲੈਂਦੀ ਸੀ ਕਿ ਸਾਡਾ ਦੋਹਾਂ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ। ਆਪਣੀ ਕਮਾਈ ਨਾਲੋਂ ਮੈਨੂੰ ਪੜ੍ਹਾ ਵੀ ਰਹੀ ਸੀ। ਜਿਵੇਂ ਜਿਵੇਂ ਮੈਂ ਸਮਝਦਾਰ ਹੋ ਰਹੀ ਸੀ, ਮੈਨੂੰ ਆਪਣੀ ਮੰਮੀ 'ਤੇ ਵੀ ਤਰਸ ਆਉਂਦਾ ਕਿ ਕਿੰਨੀ ਮੁਸ਼ਕਲ ਨਾਲ ਕਮਾਈ ਕਰਕੇ ਮੈਨੂੰ ਖਵਾਉਂਦੀ ਤੇ ਪੜ੍ਹਾਉਂਦੀ ਆ। ਹੁਣ ਮੈਂ ਆਪਣੀ ਮੰਮੀ ਦੀ ਕਦਰ ਕਰਨ ਲੱਗ ਗਈ। ਮੈਂ ਪਹਿਲਾਂ ਨਾਲੋਂ ਜ਼ਿਆਦਾ ਮੰਮੀ ਨਾਲ ਨਰਮੀ ਨਾਲ ਗੱਲ ਕਰਦੀ। ਵਕਤ ਇਸੇ ਤਰ੍ਹਾਂ ਲੰਘਦਾ ਗਿਆ। ਮੈਂ ਜਵਾਨ ਹੋ ਗਈ। ਹੁਣ ਮੈਂ ਹਾਈ ਸਕੂਲ 'ਚ ਆ ਗਈ। ਲਗਭਗ ਮੇਰੀ ਉਮਰ 16 ਸਾਲ ਦੀ ਹੋ ਗਈ। ਮੈਂ ਬਹੁਤ ਸੋਹਣੀ ਸੀ। ਉਸ ਦਿਨ ਮੈਂ ਸੁਬਾਹ ਸੌਂ ਕੇ ਉੱਠੀ ਤਾਂ ਦੇਖਿਆ ਘਰ 'ਚ ਬਹੁਤ ਰੌਲਾ ਪੈ ਰਿਹਾ ਸੀ। ਗੁਆਂਢ ਦੀ ਇੱਕ ਔਰਤ ਆ ਕੇ ਮੇਰੀ ਮੰਮੀ ਨੂੰ ਪਤਾ ਨਹੀਂ ਕਿਸ ਗੱਲ 'ਤੇ ਲੜ ਰਹੀ ਸੀ। ਮੈਂ ਜਲਦੀ ਨਾਲ ਘਬਰਾ ਕੇ ਆਪਣੇ ਕਮਰੇ 'ਚੋਂ ਬਾਹਰ ਆ ਗਈ। ਸਾਹਮਣੇ ਇੱਕ ਔਰਤ ਖੜੀ ਸੀ। ਮੇਰੀ ਮੰਮੀ ਨੂੰ ਪਤਾ ਨਹੀਂ ਕੀ ਗੱਲਾਂ ਸੁਣਾ ਰਹੀ ਸੀ। ਮੈਨੂੰ ਉਸ ਔਰਤ 'ਤੇ ਬੜਾ ਹੀ ਗੁੱਸਾ ਆਇਆ। ਮੈਂ ਉਸ ਨੂੰ ਜਾਣ ਦੇ ਲਈ ਕਹਿ ਦਿੱਤਾ। ਉਹ ਗੁੱਸੇ 'ਚ ਮੇਰੀ ਮੰਮੀ ਵੱਲ ਦੇਖ ਰਹੀ ਸੀ ਤੇ ਬੁਰਾ ਭਲਾ ਕਹਿ ਰਹੀ ਸੀ ਕਿ ਤੁਸੀਂ ਦੋਨੋਂ ਮਾਵਾਂ ਧੀਆਂ ਬਹੁਤ ਬੁਰੀਆਂ, ਤੁਹਾਡੀਆਂ ਹਰਕਤਾਂ ਦੀ ਵਜ੍ਹਾ ਕਰਕੇ ਮੁਹੱਲੇ 'ਚ ਕੋਈ ਤੁਹਾਨੂੰ ਮੂੰਹ ਨਹੀਂ ਲਾਉਂਦਾ। ਉਹ ਔਰਤ ਕੁਝ ਹੋਰ ਵੀ ਬੋਲਣ ਵਾਲੀ ਸੀ, ਪਰ ਮੇਰੀ ਮੰਮੀ ਨੇ ਉਸ ਨੂੰ ਇਸ਼ਾਰਾ ਕਰ ਦਿੱਤਾ ਤੇ ਉਹ ਚੁੱਪ ਹੋ ਗਈ।
ਕੋਈ ਤਾਂ ਅਜਿਹੀ ਗੱਲ ਸੀ ਜੋ ਮੇਰੀ ਮੰਮੀ ਮੇਰੇ ਤੋਂ ਛੁਪਾ ਰਹੀ ਸੀ। ਹੁਣ ਮੈਂ ਇੰਨੀ ਵੱਡੀ ਹੋ ਚੁੱਕੀ ਸੀ ਕਿ ਮੈਂ ਘਰ ਦੇ ਕੰਮਕਾਜ ਵੀ ਕਰ ਲੈਂਦੀ। ਇੱਕ ਦਿਨ ਮੈਂ ਬੈਠੀ ਹੋਈ ਪੁਰਾਣੀਆਂ ਗੱਲਾਂ ਸੋਚ ਰਹੀ ਸੀ। ਮੈਂ ਆਪਣੀ ਮੰਮੀ ਦੇ ਨਾਲ ਪਹਿਲਾਂ ਕਿੰਨਾ ਮੁਸ਼ਕਲ ਵਕਤ ਗੁਜ਼ਾਰਿਆ ਸੀ। ਸੌਖਾ ਵਕਤ ਤਾਂ ਹੁਣ ਵੀ ਨਹੀਂ ਸੀ, ਪਰ ਹੁਣ ਮੈਂ ਵੱਡੀ ਹੋ ਗਈ ਸੀ। ਮੰਮੀ ਦੀ ਬਹੁਤ ਮਦਦ ਕਰ ਦਿੰਦੀ ਸੀ, ਜਿਸ ਦੀ ਵਜ੍ਹਾ ਕਰਕੇ ਮੰਮੀ ਬੇਫਿਕਰ ਹੋ ਗਈ। ਉਹਨਾਂ ਨੂੰ ਆਰਾਮ ਵੀ ਮਿਲ ਜਾਂਦਾ। ਸਾਰੇ ਕੰਮ ਖਤਮ ਕਰਕੇ ਕਮਰੇ ਵਿੱਚ ਜਾਣ ਲੱਗੀ। ਅਚਾਨਕ ਮੈਨੂੰ ਮੰਮੀ ਦੇ ਕਮਰੇ ਵਿੱਚੋਂ ਰੋਣ ਦੀ ਆਵਾਜ਼ ਆਈ। ਮੈਂ ਇੱਕਦਮ ਘਬਰਾ ਗਈ। ਮੇਰੇ ਮੱਥੇ ਤੇ ਪਸੀਨਾ ਆ ਗਿਆ। ਪਤਾ ਨਹੀਂ ਮੇਰੀ ਮੰਮੀ ਕਿਉਂ ਰੋ ਰਹੀ ਸੀ। ਮੈਂ ਜਿਵੇਂ ਹੀ ਕਮਰਾ ਖੋਲ੍ਹਿਆ ਤੇ ਕਮਰੇ ਦੇ ਅੰਦਰ ਗਈ ਤਾਂ ਮੇਰੀ ਮੰਮੀ ਨੇ ਅਚਾਨਕ ਕੁਝ ਲੁਕੋ ਲਿਆ। ਮੈਂ ਹੈਰਾਨੀ ਨਾਲ ਮੰਮੀ ਵੱਲ ਦੇਖ ਕੇ ਪੁੱਛਣ ਲੱਗੀ, ਮੰਮੀ ਕੀ ਹੋਇਆ? ਤੁਸੀਂ ਮੇਰੇ ਤੋਂ ਕੀ ਲੁਕੋ ਰਹੇ ਹੋ? ਪਰ ਮੰਮੀ ਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਮੈਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਹਿ ਰਹੀ ਸੀ। ਮੈਂ ਮੰਮੀ ਦੇ ਚਿਹਰੇ ਵੱਲ ਦੇਖ ਰਹੀ ਸੀ। ਸਾਫ਼ ਪਤਾ ਲੱਗ ਰਿਹਾ ਸੀ ਕਿ ਮੰਮੀ ਕਾਫੀ ਦੇਰ ਤੋਂ ਰੋ ਰਹੀ ਆ। ਮੈਂ ਫਿਰ ਮੰਮੀ ਨੂੰ ਪੁੱਛਿਆ। ਮੰਮੀ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਮੈਂ ਕਮਰੇ 'ਚ ਖੜੀ ਰਹੀ ਤਾਂ ਉਹਨਾਂ ਨੇ ਮੈਨੂੰ ਗੁੱਸੇ ਨਾਲ ਦੇਖਿਆ ਤੇ ਕਿਹਾ, ਮੇਰੇ ਕਮਰੇ ਵਿੱਚੋਂ ਚਲੀ ਜਾ, ਮੈਂ ਅਜੇ ਕੁਝ ਦੇਰ ਆਰਾਮ ਕਰਨਾ ਚਾਹੁੰਦੀ ਆ। ਮੰਮੀ ਦੀ ਗੱਲ ਸੁਣ ਕੇ ਉੱਥੋਂ ਮੈਂ ਵਾਪਸ ਆ ਗਈ, ਪਰ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮੰਮੀ ਮੇਰੇ ਤੋਂ ਛੁਪਾ ਰਹੀ ਆ। ਅਸੀਂ ਘਰ ਵਿੱਚ 2 ਹੀ ਮੈਂਬਰ ਰਹਿੰਦੇ ਸੀ। ਅਜਿਹਾ ਵੀ ਕੀ ਸੀ ਜੋ ਮੰਮੀ ਆਪਣੀ ਬੇਟੀ ਤੋਂ ਛੁਪਾ ਰਹੀ ਸੀ? ਮੇਰੀ ਮੰਮੀ ਤਾਂ ਮੈਨੂੰ ਹਰ ਛੋਟੀ ਤੋਂ ਛੋਟੀ ਚੀਜ਼ ਦਿਖਾਉਂਦੀ ਸੀ ਤੇ ਮੈਂ ਇਹੀ ਸੋਚਦੀ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ। ਅਗਲੇ ਦਿਨ ਸਵੇਰ ਮੰਮੀ ਮੈਨੂੰ ਉਠਾਉਣ ਦੇ ਲਈ ਕਮਰੇ ਵਿੱਚ ਆ ਗਈ। ਮੈਂ ਆਪਣੀ ਮੰਮੀ ਵੱਲ ਦੇਖਿਆ ਤਾਂ ਮੰਮੀ ਮੈਨੂੰ ਬਹੁਤ ਪਰੇਸ਼ਾਨ ਲੱਗ ਰਹੀ ਸੀ। ਇਸ ਵਾਰ ਮੈਂ ਮੰਮੀ ਨੂੰ ਸਵਾਲ ਕੀਤਾ ਕਿ ਤੁਸੀਂ ਪਰੇਸ਼ਾਨ ਕਿਉਂ ਹੋ? ਪਰ ਮੰਮੀ ਨੇ ਅਜੇ ਵੀ ਕੋਈ ਜਵਾਬ ਨਹੀਂ ਦਿੱਤਾ। ਪਰੇਸ਼ਾਨੀ ਭਰੇ ਐਕਸਪ੍ਰੈਸ਼ਨ ਦਿੰਦੇ ਹੋਏ ਬਸ ਮੈਨੂੰ ਦੇਖਦੀ ਰਹੀ। ਮੈਂ ਜਲਦੀ ਨਾਲ ਉੱਠੀ ਤੇ ਸਕੂਲ ਜਾਣ ਦੇ ਲਈ ਤਿਆਰ ਹੋ ਗਈ। ਮੰਮੀ ਵੀ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਜਲਦੀ ਨਾਲ ਨਾਸ਼ਤਾ ਕੀਤਾ ਤੇ ਸਕੂਲ ਚਲੀ ਗਈ। ਮੈਂ ਘਰ ਤੋਂ ਬਾਹਰ ਕਦਮ ਹੀ ਰੱਖਿਆ ਸੀ ਕਿ ਮੁਹੱਲੇ ਵਾਲੇ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਣ ਲੱਗੇ। ਮੈਂ ਉਹਨਾਂ ਤੋਂ ਨਜ਼ਰਾਂ ਚੁਰਾਉਂਦੀ ਹੋਈ ਸਕੂਲ ਆ ਗਈ, ਪਰ ਮੈਂ ਪਰੇਸ਼ਾਨ ਸੀ ਕਿ ਉਹ ਸਾਰੇ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੇ ਸੀ। ਮੈਂ ਆਪਣੀ ਕਲਾਸਰੂਮ ਵਿੱਚ ਬੈਠੀ ਹੋਈ ਸੀ। ਮੇਰੀ ਕਲਾਸ ਵਿੱਚ ਕੋਈ ਦੋਸਤ ਨਹੀਂ ਸੀ। ਮੈਂ ਫਰੈਂਡ ਬਣਾਉਣਾ ਚਾਹੁੰਦੀ ਸੀ, ਪਰ ਮੰਮੀ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਸੀ ਕਿ ਮੈਂ ਕੋਈ ਵੀ ਫਰੈਂਡ ਨਹੀਂ ਬਣਾਉਣਾ। ਇਸ ਵਜ੍ਹਾ ਨਾਲ ਜ਼ਿਆਦਾਤਰ ਇਕੱਲੀ ਪੜ੍ਹਾਈ 'ਚ ਧਿਆਨ ਦਿੰਦੀ। ਪਰ ਅੱਜ ਮੈਂ ਸੋਚ ਰਹੀ ਸੀ ਕਿ ਕਾਸ਼ ਮੇਰੀ ਕੋਈ ਫਰੈਂਡ ਹੁੰਦੀ ਜਿਸ ਨਾਲ ਮੈਂ ਆਪਣੇ ਦਿਲ ਦਾ ਬੋਝ ਹਲਕਾ ਕਰ ਸਕਦੀ, ਕਿਉਂਕਿ ਇਸ ਸਮੇਂ ਮੈਂ ਪਰੇਸ਼ਾਨ ਸੀ। ਸਕੂਲ ਤੋਂ ਜਦੋਂ ਮੈਨੂੰ ਛੁੱਟੀ ਹੋਈ ਤਾਂ ਮੈਂ ਘਰ ਆਉਣ ਲੱਗੀ। ਮੈਂ ਦੇਖਿਆ ਸਾਡੇ ਗੁਆਂਢ ਦਾ ਇੱਕ ਮੁੰਡਾ ਮੈਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ। ਮੈਂ ਉਸ ਦੇ ਕੋਲ ਗਈ ਤੇ ਮੈਂ ਕਿਹਾ ਕਿ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਿਹਾ? ਤੂੰ ਪਹਿਲੀ ਵਾਰ ਦੇਖਿਆ? ਉਹ ਕਹਿਣ ਲੱਗਿਆ ਕਿ ਤੇਰਾ ਚਿਹਰਾ ਦੇਖਣਾ ਚੰਗਾ ਲੱਗਦਾ। ਉਸ ਦੀ ਗੱਲ ਸੁਣ ਕੇ ਮੈਨੂੰ ਬੜਾ ਹੀ ਗੁੱਸਾ ਆਇਆ। ਮੈਂ ਉਸ ਨੂੰ ਬਹੁਤ ਝਿੜਕਿਆ ਤਾਂ ਉਹ ਕਹਿਣ ਲੱਗਿਆ, ਕੋਈ ਗੱਲ ਨਹੀਂ, ਸ਼ਾਇਦ ਤੇਰਾ ਝਿੜਕਣ ਦਾ ਮਨ ਕਰ ਰਿਹਾ ਸੀ। ਮੈਂ ਬੜੀ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ। ਉਹ ਉੱਥੇ ਹੀ ਖੜਾ ਸੀ। ਮੈਂ ਗੁੱਸੇ ਨਾਲ ਚੱਲਦੀ ਹੋਈ ਆਪਣੇ ਘਰ ਆ ਗਈ। ਜਿਵੇਂ ਹੀ ਮੈਂ ਘਰ ਦੇ ਅੰਦਰ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਮੰਮੀ ਵੀ ਪਰੇਸ਼ਾਨ ਬੈਠੀ ਸੀ। ਮੈਂ ਕਿਹਾ, ਕੀ ਹੋ ਗਿਆ ਮੰਮੀ? ਤੁਸੀਂ ਇਸ ਤਰ੍ਹਾਂ ਪਰੇਸ਼ਾਨ ਕਿਉਂ ਬੈਠੇ ਹੋ? ਮੰਮੀ ਮੈਨੂੰ ਉਹ ਸ਼ਹਿਰ ਛੱਡਣ ਦੇ ਲਈ ਕਹਿਣ ਲੱਗੀ ਕਿ ਅਸੀਂ ਕਿਸੇ ਦੂਜੇ ਸ਼ਹਿਰ ਵਿੱਚ ਚਲੇ ਜਾਵਾਂਗੇ, ਹੁਣ ਇੱਥੇ ਨਹੀਂ ਰਵਾਂਗੇ। ਮੈਂ ਨਾਂ ਵਿੱਚ ਸਿਰ ਹਿਲਾਉਂਦੇ ਹੋਏ ਮੰਮੀ ਦੇ ਕੋਲ ਗਈ। ਮੈਂ ਉਸ ਨੂੰ ਪੁੱਛਣ ਲੱਗੀ, ਮੰਮੀ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਅਸੀਂ ਇਹ ਸ਼ਹਿਰ ਛੱਡ ਕੇ ਕਿੱਥੇ ਜਾਵਾਂਗੇ? ਮੰਮੀ ਕਹਿਣ ਲੱਗੀ, ਅਸੀਂ ਕਿਤੇ ਵੀ ਚਲੇ ਜਾਵਾਂਗੇ, ਪਰ ਹੁਣ ਇੱਥੇ ਨਹੀਂ ਰਹਾਂਗੇ, ਕਿਉਂਕਿ ਸਾਡੇ ਆਂਢ ਗੁਆਂਢ ਸਾਨੂੰ ਇੱਥੇ ਨਹੀਂ ਰਹਿਣ ਦੇਣਗੇ। ਮੈਨੂੰ ਬਹੁਤ ਗੁੱਸਾ ਆਉਣ ਲੱਗਿਆ ਕਿ ਮੁਹੱਲੇ ਵਾਲਿਆਂ ਦਾ ਰਾਜ ਆ ਜੋ ਸਾਨੂੰ ਇੱਥੋਂ ਕੱਢ ਦੇਣਗੇ। ਮੈਂ ਗੁੱਸੇ 'ਚ ਆਪਣੇ ਕਮਰੇ ਵਿੱਚ ਆ ਗਈ ਤੇ ਸੋਚਣ ਲੱਗੀ ਕਿ ਆਖਰ ਗਵਾਂਢੀਆਂ ਨੂੰ ਸਾਡੇ ਤੋਂ ਕੀ ਪ੍ਰੋਬਲਮ ਆ? ਸਾਡੀ ਤਾਂ ਕਦੇ ਕਿਸੇ ਨਾਲ ਕੋਈ ਲੜਾਈ ਵੀ ਨਹੀਂ ਹੋਈ, ਫਿਰ ਵੀ ਗਵਾਂਢੀ ਸਾਡੇ ਮਾਵਾਂ ਧੀਆਂ ਦੇ ਮਗਰ ਪੈ ਜਾਂਦੇ ਆ। ਹਰ ਟਾਈਮ ਕੋਈ ਨਾ ਕੋਈ ਔਰਤ ਆ ਕੇ ਮੰਮੀ ਨਾਲ ਲੜਾਈ ਕਰਨ ਲੱਗ ਜਾਂਦੀ। ਮੰਮੀ ਵੀ ਇਸ ਬਾਰੇ ਕੁਝ ਨਹੀਂ ਦੱਸਦੀ ਸੀ ਕਿ ਉਹ ਸਾਡੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਆ। ਮੈਂ ਇਹੀ ਸੋਚ ਰਹੀ ਸੀ। ਇੰਨੀ ਦੇਰ ਨੂੰ ਮੈਨੂੰ ਬਾਹਰੋਂ ਔਰਤ ਦੀ ਆਵਾਜ਼ ਆਉਣ ਲੱਗੀ। ਉਹ ਮੇਰੀ ਮੰਮੀ ਨੂੰ ਕਹਿ ਰਹੀ ਸੀ ਕਿ ਤੂੰ ਇਸ ਮੁਹੱਲੇ 'ਚ ਕਦੋਂ ਤੱਕ ਚਲੀ ਜਾਵੇਂਗੀ? ਮੇਰੀ ਮੰਮੀ ਪਰੇਸ਼ਾਨ ਹੁੰਦੇ ਹੋਏ ਇਹਨਾਂ ਨੂੰ ਦੱਸ ਰਹੀ ਸੀ ਕਿ ਅਸੀਂ ਜਲਦੀ ਇੱਥੋਂ ਚਲੀਆਂ ਜਾਵਾਂਗੀਆਂ। ਉਹ ਔਰਤਾਂ ਮੰਮੀ ਨੂੰ ਬਹੁਤ ਗੱਲਾਂ ਸੁਣਾ ਰਹੀਆਂ ਸੀ। ਜਦੋਂ ਉਹ ਚਲੀਆਂ ਗਈਆਂ ਤਾਂ ਮੈਂ ਗੁੱਸੇ 'ਚ ਮੰਮੀ ਦੇ ਕੋਲ ਗਈ। ਮੈਂ ਕਿਹਾ, ਮੰਮੀ ਅਸੀਂ ਇਹ ਮੁਹੱਲੇ ਵਾਲਿਆਂ ਦੇ ਨੌਕਰ ਨਹੀਂ ਆ। ਉਹ ਜਿਵੇਂ ਕਹਿਣਗੇ ਅਸੀਂ ਕਰਾਂਗੇ, ਅਸੀਂ ਇੱਥੋਂ ਨਹੀਂ ਜਾਵਾਂਗੇ। ਮੰਮੀ ਕਹਿਣ ਲੱਗੀ, ਪਰ ਉਹ ਲੋਕ ਸਾਨੂੰ ਇੱਥੋਂ ਕੱਢ ਕੇ ਰਹਿਣਗੇ, ਕਿਉਂਕਿ ਸਾਡੇ ਘਰ ਕੋਈ ਮਰਦ ਨਹੀਂ।
ਇਹੀ ਵਜ੍ਹਾ ਕਿ ਉਹ ਸਾਨੂੰ ਕੱਢਣਾ ਚਾਹੁੰਦੇ ਆ। ਇਹ ਗੱਲ ਸੁਣ ਕੇ ਮੈਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਕਿ ਇਹ ਵੀ ਸਾਨੂੰ ਇੱਥੋਂ ਕੱਢਣ ਦੀ ਕੋਈ ਵਜ੍ਹਾ। ਪਰ ਹੁਣ ਮੈਂ ਵੀ ਉਸ ਕਲੋਨੀ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ, ਉਸ ਜਗ੍ਹਾ ਨੂੰ ਛੱਡਣਾ ਚਾਹੁੰਦੀ ਸੀ। ਮੈਂ ਮੰਮੀ ਨੂੰ ਕਿਹਾ, ਤੁਸੀਂ ਮੈਨੂੰ ਜਿੱਥੇ ਲੈ ਕੇ ਜਾਓਗੇ ਮੈਂ ਤੁਹਾਡੇ ਨਾਲ ਉੱਥੇ ਚਲੀ ਜਾਵਾਂਗੀ। ਅਗਲੇ ਦਿਨ ਅਸੀਂ ਜਾਣ ਦੇ ਲਈ ਸਮਾਨ ਪੈਕ ਕਰਨ ਲੱਗੇ, ਕਿਉਂਕਿ ਮੰਮੀ ਨੇ ਕਿਹਾ ਸੀ ਕਿ ਅਸੀਂ ਦਿੱਲੀ ਸ਼ਹਿਰ ਵਿੱਚ ਸ਼ਿਫਟ ਹੋ ਜਾਵਾਂਗੇ, ਉੱਥੇ ਮੰਮੀ ਨੂੰ ਆਸਾਨੀ ਨਾਲ ਕੋਈ ਜੌਬ ਮਿਲ ਜਾਵੇਗੀ। ਕਲੋਨੀ ਦੀਆਂ ਔਰਤਾਂ ਕਹਿਣ ਲੱਗੀਆਂ ਕਿ ਹੁਣ ਸਾਡੀ ਕਲੋਨੀ ਵਿੱਚੋਂ ਮਨਹੂਸੀਅਤ ਚਲੀ ਜਾਵੇਗੀ। ਮੈਨੂੰ ਗੁੱਸਾ ਬਹੁਤ ਆ ਰਿਹਾ ਸੀ, ਪਰ ਅਸੀਂ ਕਲੋਨੀ ਵਿੱਚੋਂ ਚੁੱਪ-ਚਾਪ ਜਾਣਾ ਚਾਹੁੰਦੀਆਂ ਸੀ। ਅਸੀਂ ਉਹ ਘਰ ਛੱਡ ਕੇ ਦਿੱਲੀ ਸ਼ਹਿਰ 'ਚ ਸ਼ਿਫਟ ਹੋ ਗਈਆਂ। ਉੱਥੇ ਆਉਣ ਤੋਂ ਬਾਅਦ ਮੰਮੀ ਦੇ ਚਿਹਰੇ 'ਤੇ ਕੁਝ ਸਕੂਨ ਹੁੰਦਾ ਸੀ। ਅਸੀਂ ਦੋਵੇਂ ਮਾਵਾਂ ਧੀਆਂ ਆਪਣੇ ਲਈ ਕਿਰਾਏ 'ਤੇ ਫਲੈਟ ਲੈ ਲਿਆ। ਮੇਰੀ ਮੰਮੀ ਨੇ ਵੀ ਜੌਬ ਦੀ ਭਾਲ ਕਰ ਦਿੱਤੀ ਅਤੇ ਮੇਰਾ ਐਡਮਿਸ਼ਨ ਹੋਣਾ ਸੀ। ਅਜੇ ਤਾਂ ਮੈਂ ਸਿਰਫ ਹਾਈ ਸਕੂਲ ਹੀ ਕੰਪਲੀਟ ਕੀਤਾ ਸੀ। ਫਿਰ ਕੁਝ ਸਮੇਂ ਤੱਕ ਜੌਬ ਦੀ ਭਾਲ ਕਰਨ ਤੋਂ ਬਾਅਦ ਮੰਮੀ ਨੂੰ ਇੱਕ ਚੰਗੀ ਕੰਪਨੀ 'ਚ ਜੌਬ ਮਿਲ ਗਈ। ਫਿਰ ਉਹਨਾਂ ਨੇ ਮੇਰਾ ਐਡਮਿਸ਼ਨ ਫਸਟ ਈਅਰ 'ਚ ਕਰਵਾ ਦਿੱਤਾ। ਮੇਰੀ ਮੰਮੀ ਉੱਥੇ ਆਉਣ ਦੇ ਬਾਅਦ ਸਕੂਨ ਨਾਲ ਰਹਿਣ ਲੱਗੀ। ਮੇਰੀ ਮੰਮੀ ਸਭ ਤੋਂ ਜ਼ਿਆਦਾ ਖੁਸ਼ ਇਸ ਗੱਲ 'ਤੇ ਸੀ ਕਿ ਉਸ ਨੂੰ ਜਿਸ ਕੰਪਨੀ 'ਚ ਜੌਬ ਮਿਲੀ ਸੀ ਉੱਥੋਂ ਦਾ ਬਹੁਤ ਚੰਗਾ ਇਨਸਾਨ ਸੀ। ਮੰਮੀ ਨੇ ਦੱਸਿਆ ਕਿ ਉਹ ਬਹੁਤ ਹੀ ਮਿਹਰਬਾਨ ਆ, ਉਸ ਦੀ ਹਰ ਤਰ੍ਹਾਂ ਮਦਦ ਕਰਨ ਦੇ ਲਈ ਤਿਆਰ ਰਹਿੰਦਾ, ਕਿਉਂਕਿ ਉਹ ਇੱਕ ਅਜਿਹੇ ਇਨਸਾਨ ਆ ਜੋ ਲੋਕਾਂ ਦੀ ਮਦਦ ਕਰਦੇ ਆ, ਜੋ ਬੇਸਹਾਰਾ ਹੁੰਦੇ ਆ। ਮੇਰੀ ਮੰਮੀ ਨੇ ਉਹਨਾਂ ਨੂੰ ਦੱਸਿਆ ਕਿ ਸਾਡਾ ਦੋਹਾਂ ਮਾਵਾਂ ਧੀਆਂ ਇਸ ਦੁਨੀਆ ਵਿੱਚ ਕੋਈ ਨਹੀਂ। ਬੌਸ ਨੇ ਕਿਹਾ ਕਿ ਜਦੋਂ ਤੁਹਾਨੂੰ ਕਿਸੇ ਮਰਦ ਦੀ ਜ਼ਰੂਰਤ ਹੋਵੇਗੀ ਤਾਂ ਮੈਨੂੰ ਜ਼ਰੂਰ ਦੱਸਿਓ। ਇਸ ਦੁਨੀਆ 'ਚ ਕੁਝ ਅਜਿਹੇ ਵੀ ਲੋਕ ਹੁੰਦੇ ਆ ਜੋ ਤੁਹਾਡੇ ਨਾਲ ਕੋਈ ਰਿਸ਼ਤਾ ਨਾਤਾ ਨਾ ਹੋਣ 'ਤੇ ਵੀ ਤੁਹਾਡੀ ਮਦਦ ਕਰ ਦਿੰਦੇ ਆ। ਅਸੀਂ ਦੋਨੋਂ ਉੱਥੋਂ ਬਹੁਤ ਖੁਸ਼ੀ-ਖੁਸ਼ੀ ਰਹਿ ਰਹੀਆਂ ਸੀ। ਮੇਰੀ ਮੰਮੀ ਨੂੰ ਉਸ ਕੰਪਨੀ 'ਚ ਜੌਬ ਕਰਦੇ ਹੋਏ 1 ਮਹੀਨਾ ਹੋਣ ਵਾਲਾ ਸੀ। ਬੌਸ ਨੇ ਮੇਰੀ ਮੰਮੀ ਨੂੰ 1 ਮਹੀਨੇ ਦੀ ਐਡਵਾਂਸ ਸੈਲਰੀ ਦੇ ਦਿੱਤੀ। ਮੇਰੀ ਮੰਮੀ ਬਹੁਤ ਖੁਸ਼ ਸੀ, ਕਿਉਂਕਿ ਸੈਲਰੀ ਨਾਲ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਸੀ। ਜਦੋਂ ਮੇਰੀ ਮੰਮੀ ਨੂੰ ਸੈਲਰੀ ਮਿਲਣ ਦਾ ਦਿਨ ਆ ਗਿਆ ਤਾਂ ਮੰਮੀ ਨੇ ਕਿਹਾ ਕਿ ਬੌਸ ਬਹੁਤ ਚੰਗੇ ਇਨਸਾਨ ਆ, ਉਹਨਾਂ ਨੇ ਮੈਨੂੰ ਕਿਹਾ ਕਿ ਕੱਲ੍ਹ ਆ ਕੇ ਆਪਣੀ ਸੈਲਰੀ ਲੈ ਜਾਵੀਂ। ਮੰਮੀ ਕਹਿਣ ਲੱਗੀ ਕਿ ਕੱਲ੍ਹ ਜਦੋਂ ਮੈਂ ਸੈਲਰੀ ਲੈ ਕੇ ਆਵਾਂਗੀ ਤਾਂ ਤੈਨੂੰ ਨਾਲ ਲੈ ਕੇ ਮਾਰਕੀਟ ਜਾਵਾਂਗੀ। ਕਾਫੀ ਟਾਈਮ ਤੋਂ ਤੂੰ ਕੋਈ ਸ਼ਾਪਿੰਗ ਨਹੀਂ ਕੀਤੀ, ਮੈਂ ਤੈਨੂੰ ਥੋੜ੍ਹੀ ਬਹੁਤੀ ਸ਼ਾਪਿੰਗ ਕਰਵਾ ਦੇਵਾਂਗੀ। ਮੈਂ ਮੰਮੀ ਨੂੰ ਕਿਹਾ, ਠੀਕ ਆ, ਕੱਲ੍ਹ ਅਸੀਂ ਦੋਨੋਂ ਮਾਰਕੀਟ ਜਾਵਾਂਗੇ। ਸਕੂਲ ਆਉਣ ਤੋਂ ਬਾਅਦ ਮੈਂ ਘਰ 'ਚ ਬੜੀ ਬੇਸਬਰੀ ਨਾਲ ਮੰਮੀ ਦੀ ਉਡੀਕ ਕਰ ਰਹੀ ਸੀ, ਕਿਉਂਕਿ ਅਸੀਂ ਦੋਵੇਂ ਮਾਵਾਂ ਧੀਆਂ ਨੇ ਸ਼ਾਪਿੰਗ ਕਰਨ ਦੇ ਲਈ ਜਾਣਾ ਸੀ। ਪਰ ਇਹ ਦੇਖ ਕੇ ਦੰਗ ਰਹਿ ਗਈ ਕਿ ਜਿਸ ਸਮੇਂ ਮੰਮੀ ਘਰ ਆਈ ਉਸ ਸਮੇਂ ਉਸ ਦਾ ਮੂਡ ਬਹੁਤ ਆਫ ਸੀ। ਉਹ ਘਰ ਦੇ ਅੰਦਰ ਆਉਂਦੀ ਹੀ ਆਪਣੇ ਕਮਰੇ 'ਚ ਚਲੀ ਗਈ। ਮੈਂ ਜਿਵੇਂ ਮੰਮੀ ਦੇ ਕਮਰੇ ਵੱਲ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੰਮੀ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਸੀ ਅਤੇ ਕਾਫੀ ਦੇਰ ਤੱਕ ਮੈਂ ਬਾਹਰ ਖੜ੍ਹੀ ਰਹੀ। ਮੈਂ ਦਰਵਾਜ਼ਾ ਖੜਕਾਉਣ ਦੇ ਬਾਰੇ ਸੋਚ ਰਹੀ ਸੀ, ਪਰ ਮੈਂ ਦਰਵਾਜ਼ਾ ਨਹੀਂ ਖੜਕਾਇਆ। ਫਿਰ ਮੇਰੇ ਕੰਨਾਂ 'ਚ ਆਵਾਜ਼ ਪਈ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ। ਮੰਮੀ ਕਮਰੇ ਵਿੱਚ ਬੈਠੀ ਰੋ ਰਹੀ ਸੀ। ਉਸ ਦੇ ਰੋਣ ਦੀ ਆਵਾਜ਼ ਮੈਨੂੰ ਸਾਫ਼ ਸੁਣਾਈ ਦੇ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੰਮੀ ਕਮਰੇ ਦੇ ਅੰਦਰ ਕਿਉਂ ਰੋ ਰਹੀ ਆ। ਮੰਮੀ ਨੇ ਤਾਂ ਕਿਹਾ ਸੀ ਕਿ ਅੱਜ ਉਸ ਨੂੰ ਸੈਲਰੀ ਮਿਲੇਗੀ ਅਤੇ ਮਾਰਕੀਟ ਸ਼ਾਪਿੰਗ ਕਰਨ ਦੇ ਲਈ ਜਾਵਾਂਗੇ। ਅਚਾਨਕ ਮੰਮੀ ਨੂੰ ਕੀ ਹੋ ਗਿਆ? ਮੈਨੂੰ ਫਿਕਰ ਹੋ ਗਿਆ ਕਿ ਕਿਤੇ ਮੰਮੀ ਦਾ ਆਫਿਸ ਵਿੱਚ ਕਿਸੇ ਨਾਲ ਕੋਈ ਝਗੜਾ ਤਾਂ ਨਹੀਂ ਹੋ ਗਿਆ, ਜਾਂ ਬੌਸ ਨੇ ਮੰਮੀ ਨੂੰ ਕੁਝ ਕਹਿ ਤਾਂ ਨਹੀਂ ਦਿੱਤਾ। ਮੈਥੋਂ ਰਿਹਾ ਨਾ ਗਿਆ। ਮੈਂ ਕਮਰੇ ਦਾ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਮੰਮੀ ਨੇ ਦਰਵਾਜ਼ਾ ਖੋਲ੍ਹਿਆ। ਮੰਮੀ ਦੇ ਚਿਹਰੇ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਰੋ ਰਹੀ ਸੀ। ਮੈਂ ਮੰਮੀ ਨੂੰ ਪੁੱਛਿਆ, ਤੁਸੀਂ ਰੋ ਕਿਉਂ ਰਹੇ ਹੋ? ਮੰਮੀ ਸਾਫ਼ ਮੁੱਕਰ ਗਈ, ਕਹਿਣ ਲੱਗੀ, ਨਹੀਂ ਮੈਂ ਨਹੀਂ ਰੋ ਰਹੀ ਸੀ, ਬਸ ਮੇਰੀ ਤਬੀਅਤ ਠੀਕ ਨਹੀਂ। ਮੈਂ ਮੰਮੀ ਨੂੰ ਕਿਹਾ, ਚਲੋ ਮੈਂ ਤੁਹਾਨੂੰ ਡਾਕਟਰ ਕੋਲ ਲੈ ਕੇ ਚੱਲਦੀ ਹਾਂ। ਮੰਮੀ ਕਹਿਣ ਲੱਗੀ, ਨਹੀਂ ਮੈਨੂੰ ਡਾਕਟਰ ਦੀ ਕੋਈ ਜ਼ਰੂਰਤ ਨਹੀਂ, ਬਸ ਥੋੜ੍ਹੀ ਦੇਰ ਦੇ ਲਈ ਮੈਨੂੰ ਇਕੱਲੀ ਛੱਡ ਦੇ, ਪਲੀਜ਼ ਮੈਨੂੰ ਡਿਸਟਰਬ ਨਾ ਕਰ। ਮੈਂ ਕਿਹਾ, ਮੰਮੀ ਪਰ ਅਸੀਂ ਤਾਂ ਸ਼ਾਪਿੰਗ ਦੇ ਲਈ ਜਾਣਾ ਸੀ। ਮੰਮੀ ਕਹਿਣ ਲੱਗੀ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੀ ਤਬੀਅਤ ਠੀਕ ਨਹੀਂ, ਮੈਨੂੰ ਕੁਝ ਸਮੇਂ ਦੇ ਲਈ ਇਕੱਲਾ ਛੱਡ ਦੇ। ਇਹ ਕਹਿ ਕੇ ਮੰਮੀ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ। ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਸੀ। ਪਿਛਲੇ 2 ਦਿਨਾਂ ਤੋਂ ਮੈਂ ਨੋਟਿਸ ਕਰ ਰਹੀ ਸੀ ਕਿ ਮੰਮੀ ਦਾ ਮੂਡ ਬਹੁਤ ਖਰਾਬ ਸੀ। ਉਹ ਚੁੱਪ-ਚਾਪ ਰਹਿੰਦੀ। ਕਈ ਦਿਨ ਇਸੇ ਤਰ੍ਹਾਂ ਲੰਘ ਗਏ। ਮੰਮੀ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ। ਅੰਦਰ ਜਾ ਕੇ ਉਹ ਪਤਾ ਨਹੀਂ ਕਿਉਂ ਰੋਂਦੀ ਰਹਿੰਦੀ। ਮੈਂ ਕਈ ਵਾਰ ਦੇਖਿਆ ਕਿ ਮੰਮੀ ਜਦੋਂ ਵੀ ਕੋਈ ਰੋਂਦੀ ਸੀ ਤਾਂ ਉਸ ਦੇ ਹੱਥ 'ਚ ਕੋਈ ਚੀਜ਼ ਹੁੰਦੀ ਸੀ। ਮੈਂ ਜਾਂਦਿਆਂ ਹੀ ਉਹ ਚੀਜ਼ ਛੁਪਾ ਲੈਂਦੀ। ਮੈਂ ਮੰਮੀ ਨੂੰ ਇਸ ਕੰਡੀਸ਼ਨ ਵਿੱਚ ਨਹੀਂ ਦੇਖ ਸਕਦੀ ਸੀ। ਕੁਝ ਦਿਨ ਲੰਘੇ। ਮੈਂ ਸੋਚਿਆ ਕਿ ਅੱਜ ਮੈਂ ਸਕੂਲ ਤੋਂ ਘਰ ਨਹੀਂ ਜਾਵਾਂਗੀ, ਬਲਕਿ ਸਕੂਲ ਤੋਂ ਆਪਣੀ ਮੰਮੀ ਦੇ ਆਫਿਸ ਚਲੀ ਜਾਵਾਂਗੀ। ਇੱਕ ਵਾਰ ਮੈਨੂੰ ਮੰਮੀ ਨੇ ਆਪਣੇ ਆਫਿਸ ਦਾ ਐਡਰੈਸ ਦੱਸਿਆ ਸੀ, ਇਸ ਲਈ ਮੈਂ ਟੈਕਸੀ ਲੈ ਕੇ ਮੰਮੀ ਦੇ ਆਫਿਸ ਚਲੀ ਗਈ। ਮੈਂ ਚਾਹੁੰਦੀ ਸੀ ਕਿ ਮੈਂ ਆਪਣੀ ਮੰਮੀ ਦੇ ਨਾਲ ਟਾਈਮ ਸਪੈਂਡ ਕਰਾਂ। ਅਸੀਂ ਦੋਨੋਂ ਇਕੱਠੇ ਲੰਚ ਕਰ ਗਏ, ਕਿਉਂਕਿ ਜਿਸ ਟਾਈਮ 'ਤੇ ਮੈਂ ਉਹਨਾਂ ਦੇ ਆਫਿਸ ਜਾ ਰਹੀ ਸੀ
ਉਹ ਲੰਚ ਟਾਈਮ ਸੀ। ਉਸ ਟਾਈਮ ਮੇਰੀ ਮੰਮੀ ਫ੍ਰੀ ਹੁੰਦੀ ਹੋਵੇਗੀ। ਮੈਂ ਇਹ ਸੋਚ ਕੇ ਆਪਣੀ ਮੰਮੀ ਦੇ ਆਫਿਸ ਪਹੁੰਚ ਗਈ, ਪਰ ਜਿਵੇਂ ਹੀ ਮੈਂ ਉੱਥੋਂ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੀ ਮੰਮੀ ਦੇ ਕੈਬਿਨ ਵਿੱਚ ਜਾਣ ਵਾਲੀ ਸੀ, ਪਰ ਦਰਵਾਜ਼ੇ 'ਤੇ ਮੈਨੂੰ ਗੱਲਾਂ ਕਰਨ ਦੀ ਆਵਾਜ਼ ਆਈ। ਮੇਰੀ ਮੰਮੀ ਉਸ ਇਨਸਾਨ ਨੂੰ ਕਹਿ ਰਹੀ ਸੀ ਕਿ ਮੈਨੂੰ ਤੇਰੇ ਤੋਂ ਡਰ ਲੱਗਦਾ, ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਅੱਗੇ ਤੋਂ ਮੇਰੇ ਸਾਹਮਣੇ ਆਉਣ ਦੀ ਕੋਸ਼ਿਸ਼ ਨਾ ਕਰੀਂ। ਤੇਰੀ ਵਜ੍ਹਾ ਨਾਲ ਮੈਂ ਬਹੁਤ ਪਰੇਸ਼ਾਨੀਆਂ ਬਰਦਾਸ਼ਤ ਕੀਤੀਆਂ। ਤੈਨੂੰ ਨਹੀਂ ਪਤਾ ਇਹ ਸਾਲ ਮੇਰੇ ਲਈ ਕਿੰਨੀ ਮੁਸ਼ਕਲ ਨਾਲ ਲੰਘੇ ਆ। ਮੈਂ ਸਿਰਫ ਇੰਨੀ ਗੱਲ ਸੁਣੀ ਕਿਉਂਕਿ ਕੈਬਿਨ ਦੇ ਬਾਹਰ ਕੁਝ ਲੋਕ ਆ ਕੇ ਖੜ੍ਹੇ ਹੋ ਗਏ, ਆਪਸ 'ਚ ਗੱਲਾਂ ਕਰਨ ਲੱਗੇ। ਉਹਨਾਂ ਦੀ ਆਵਾਜ਼ ਦੀ ਵਜ੍ਹਾ ਕਰਕੇ ਮੈਨੂੰ ਅੰਦਰ ਆਉਣ ਵਾਲੀ ਆਵਾਜ਼ ਠੀਕ ਤਰ੍ਹਾਂ ਸੁਣਾਈ ਨਹੀਂ ਦੇ ਰਹੀ ਸੀ। ਪਰ ਜਿਸ ਇਨਸਾਨ ਨੂੰ ਮੇਰੀ ਮੰਮੀ ਇਹ ਗੱਲਾਂ ਕਹਿ ਰਹੀ ਸੀ, ਜਦੋਂ ਉਹ ਥੋੜ੍ਹੀ ਦੇਰ ਬਾਅਦ ਕਮਰੇ ਵਿੱਚੋਂ ਬਾਹਰ ਨਿਕਲ ਕੇ ਆਇਆ ਤਾਂ ਉਸ ਨੂੰ ਦੇਖ ਕੇ ਹੋਸ਼ ਉੱਡ ਗਏ। ਇਹ ਤਾਂ ਕੋਈ ਚਾਹ ਵਾਲਾ ਸੀ, ਕਿਉਂਕਿ ਉਸ ਦੇ ਹੱਥ ਵਿੱਚ ਚਾਹ ਦਾ ਖਾਲੀ ਕੱਪ ਸੀ ਅਤੇ ਇਸ ਚਾਹ ਵਾਲੇ ਦੇ ਨਾਲ ਆਖਰ ਮੇਰੀ ਮੰਮੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀ ਸੀ। ਉਹ ਬੜਾ ਅਜੀਬ ਚਿਹਰਾ ਬਣਾ ਕੇ ਉੱਥੋਂ ਚਲਾ ਗਿਆ। ਉਸ ਦੇ ਚਿਹਰੇ 'ਤੇ ਉਦਾਸੀ ਸੀ। ਮੈਂ ਮੰਮੀ ਦੇ ਕੈਬਿਨ ਵਿੱਚ ਜਾ ਕੇ ਦੇਖਿਆ ਤਾਂ ਮੰਮੀ ਦਾ ਚਿਹਰਾ ਵੀ ਅਫਸੋਸ ਨਾਲ ਭਰਿਆ ਹੋਇਆ ਸੀ। ਮੈਂ ਮੰਮੀ ਨੂੰ ਦੇਖ ਕੇ ਘਬਰਾ ਗਈ। ਮੰਮੀ ਨੂੰ ਕਿਹਾ, ਮੰਮੀ ਕੀ ਹੋਇਆ ਤੁਹਾਨੂੰ? ਮੇਰੀ ਮੰਮੀ ਨੇ ਜਦੋਂ ਮੈਨੂੰ ਦੇਖਿਆ ਤਾਂ ਉਹ ਸ਼ੌਕਡ ਰਹਿ ਗਈ ਤੇ ਕਹਿਣ ਲੱਗੀ, ਬੇਟਾ ਤੂੰ ਇੱਥੇ ਕੀ ਕਰ ਰਹੀ ਆ? ਮੈਂ ਮੰਮੀ ਨੂੰ ਕਿਹਾ, ਮੈਂ ਤੁਹਾਡੇ ਨਾਲ ਟਾਈਮ ਸਪੈਂਡ ਕਰਨ ਆਈ ਸੀ। ਮੰਮੀ ਕਹਿਣ ਲੱਗੀ, ਨਹੀਂ ਬੇਟਾ, ਤੈਨੂੰ ਤਾਂ ਪਤਾ ਹੀ ਆ ਕਿ 1 ਘੰਟੇ ਬਾਅਦ ਡਿਊਟੀ ਆਫ ਹੋ ਜਾਵੇਗੀ। ਤੈਨੂੰ ਇੱਥੇ ਆਉਣ ਦੀ ਕੀ ਜ਼ਰੂਰਤ ਸੀ? ਤੈਨੂੰ ਸਿੱਧਾ ਘਰ ਜਾਣਾ ਚਾਹੀਦਾ ਸੀ। ਮੈਂ ਕਿਹਾ, ਨਹੀਂ, ਅੱਜ ਮੈਂ ਤੁਹਾਡੇ ਨਾਲ ਲੰਚ ਕਰਨਾ ਚਾਹੁੰਦੀ ਆ। ਅੱਜ ਅਸੀਂ ਬਾਹਰ ਲੰਚ ਕਰਾਂਗੇ। ਪਰ ਮੰਮੀ ਨੇ ਤਾਂ ਪਤਾ ਨਹੀਂ ਕਿਉਂ ਘਬਰਾ ਰਹੀ ਸੀ। ਉਹਨਾਂ ਨੇ ਜਲਦੀ ਨਾਲ ਮੈਨੂੰ ਉੱਥੋਂ ਜਾਣ ਦੇ ਲਈ ਕਿਹਾ, ਪਰ ਮੈਂ ਮੰਮੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਲੰਚ ਕੀਤੇ ਬਿਨਾਂ ਨਹੀਂ ਜਾਵਾਂਗੀ। ਮੈਂ ਕਾਫੀ ਦਿਨਾਂ ਤੋਂ ਦੇਖ ਰਹੀ ਹਾਂ ਤੁਸੀਂ ਪਰੇਸ਼ਾਨ ਹੋ। ਮੰਮੀ ਬੋਲੀ, ਬੇਟਾ ਅਜਿਹੀ ਕੋਈ ਗੱਲ ਨਹੀਂ। ਇੰਨੀ ਦੇਰ ਨੂੰ ਮੰਮੀ ਦੇ ਬੌਸ ਉਹਨਾਂ ਦੇ ਕੈਬਿਨ 'ਚ ਆ ਗਏ। ਜਦੋਂ ਉਹਨਾਂ ਨੇ ਮੈਨੂੰ ਮੰਮੀ ਨਾਲ ਦੇਖਿਆ ਤਾਂ ਮੰਮੀ ਨੇ ਉਹਨਾਂ ਨੂੰ ਮੇਰਾ ਇੰਟਰੋਡਕਸ਼ਨ ਦਿੱਤਾ। ਉਹ ਕਹਿਣ ਲੱਗੇ, ਬੇਟਾ ਤੂੰ ਖੜੀ ਕਿਉਂ ਆ, ਬੈਠ ਜਾ। ਮੈਂ ਕਿਹਾ, ਨਹੀਂ ਸਰ, ਮੈਂ ਆਪਣੀ ਮੰਮੀ ਨੂੰ ਲੰਚ ਕਰਨ ਦੇ ਲਈ ਲੈ ਕੇ ਜਾਣਾ ਚਾਹੁੰਦੀ ਆ। ਉਹਨਾਂ ਨੇ ਮੰਮੀ ਨੂੰ ਕਿਹਾ, ਫਿਰ ਤੁਸੀਂ ਚਲੇ ਜਾਓ, ਕਿਉਂ ਨਹੀਂ ਜਾਂਦੇ? ਵੈਸੇ ਵੀ ਤੁਹਾਡੀ ਡਿਊਟੀ ਆਫ ਹੋਣ ਵਿੱਚ 1 ਘੰਟਾ ਹੀ ਰਹਿ ਗਿਆ। ਇਸ ਵਿੱਚ ਕਿਹੜੀ ਪ੍ਰੋਬਲਮ ਆ? ਜੇ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਪਣੀ ਬੇਟੀ ਨਾਲ ਚਲੇ ਜਾਓਗੇ। ਤਾਂ ਬੌਸ ਦੀ ਗੱਲ ਸੁਣ ਕੇ ਮੇਰੀ ਮੰਮੀ ਮੇਰੇ ਨਾਲ ਚੱਲਣ ਦੇ ਲਈ ਮਜਬੂਰ ਹੋ ਗਈ। ਪਤਾ ਨਹੀਂ ਕਿਉਂ ਮੰਮੀ ਅਜੀਬ ਰਿਐਕਸ਼ਨ ਦੇ ਰਹੀ ਸੀ। ਮੈਂ ਦੇਖਿਆ ਮੇਰੀ ਮੰਮੀ ਦੇ ਚਿਹਰੇ 'ਤੇ ਬਿਲਕੁਲ ਵੀ ਮੁਸਕਰਾਹਟ ਨਹੀਂ ਸੀ। ਮੇਰੀ ਮੰਮੀ ਨੇ ਆਪਣੇ ਬੌਸ ਨੂੰ ਥੈਂਕ ਯੂ ਬੋਲਿਆ ਤੇ ਅਸੀਂ ਦੋਨੋਂ ਉੱਥੋਂ ਆ ਗਈਆਂ। ਮੈਂ ਦੇਖਿਆ ਜਦੋਂ ਮੈਂ ਆਪਣੀ ਮੰਮੀ ਦੇ ਨਾਲ ਆਫਿਸ ਦੇ ਗੇਟ ਤੋਂ ਬਾਹਰ ਨਿਕਲ ਰਹੀ ਸੀ ਤਾਂ ਅਚਾਨਕ ਆਫਿਸ ਦੇ ਗੇਟ 'ਤੇ ਕੁਝ ਮਿੰਟ ਦੇ ਲਈ ਮੇਰੀ ਮੰਮੀ ਸਿੱਧੀ ਖੜੀ ਹੋ ਗਈ। ਮੈਂ ਆਪਣੀ ਮੰਮੀ ਨੂੰ ਦੇਖ ਕੇ ਹੈਰਾਨ ਹੋਈ ਦੇਖਿਆ ਕਿ ਮੇਰੀ ਮੰਮੀ ਸਾਹਮਣੇ ਚਾਹ ਵਾਲੇ ਹੋਟਲ ਵੱਲ ਦੇਖ ਰਹੀ ਸੀ। ਮੈਂ ਮੰਮੀ ਨੂੰ ਕਿਹਾ, ਕੀ ਹੋਇਆ ਮੰਮੀ, ਤੁਸੀਂ ਉੱਧਰ ਕਿਉਂ ਦੇਖ ਰਹੇ ਹੋ? ਅਚਾਨਕ ਮੇਰੀ ਗੱਲ ਸੁਣ ਕੇ ਮੰਮੀ ਹੋਸ਼ 'ਚ ਆਈ ਤੇ ਕਹਿਣ ਲੱਗੀ, ਨਹੀਂ ਨਹੀਂ, ਚੱਲ ਆਪਾਂ ਚੱਲਦੇ ਹਾਂ। ਫਿਰ ਅਸੀਂ ਦੋਨੋਂ ਮਾਂ ਬੇਟੀ ਉੱਥੋਂ ਨਿਕਲ ਕੇ ਇੱਕ ਵਧੀਆ ਜਿਹੇ ਰੈਸਟੋਰੈਂਟ ਦੇ ਵਿੱਚ ਗਈਆਂ ਤੇ ਉੱਥੇ ਜਾ ਕੇ ਅਸੀਂ ਲੰਚ ਕੀਤਾ। ਪਰ ਮੈਂ ਨੋਟਿਸ ਕੀਤਾ ਕਿ ਮੰਮੀ ਕਿਤੇ ਗਵਾਚੀ ਹੋਈ ਸੀ। ਅਸੀਂ ਰੈਸਟੋਰੈਂਟ ਤੋਂ ਘਰ ਆ ਗਏ। ਮੈਂ ਤਾਂ ਆਪਣੀ ਮੰਮੀ ਨੂੰ ਖੁਸ਼ ਦੇਖਣਾ ਚਾਹੁੰਦੀ ਸੀ, ਪਰ ਮੈਨੂੰ ਲੱਗਿਆ ਜਿਵੇਂ ਮੰਮੀ ਤਾਂ ਮੇਰੇ ਨਾਲ ਹੀ ਨਹੀਂ। ਰਾਤ ਦੇ ਸਮੇਂ ਜਦੋਂ ਅਸੀਂ ਦੋਨੋਂ ਆਪਣੇ ਆਪਣੇ ਕਮਰੇ ਵਿੱਚ ਸੀ, ਮੈਂ ਸੁਬਾਹ ਜਲਦੀ ਕਾਲਜ ਜਾਣਾ ਹੁੰਦਾ ਸੀ, ਇਸ ਲਈ ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਆ ਕੇ ਸੌਂ ਜਾਂਦੀ। ਮੇਰੀ ਮੰਮੀ ਵੀ ਪੂਰੇ ਦਿਨ ਦੀ ਥੱਕੀ ਹੁੰਦੀ ਸੀ, ਉਹ ਵੀ ਆਪਣੇ ਕਮਰੇ ਵਿੱਚ ਜਲਦੀ ਚਲੀ ਜਾਂਦੀ। ਅਚਾਨਕ ਮੈਨੂੰ ਯਾਦ ਆਇਆ ਕਿ ਮੈਂ ਮੰਮੀ ਤੋਂ ਆਪਣੀ ਫੀਸ ਲੈਣੀ ਆ। ਸੁਬਾਹ ਮੈਨੂੰ ਯਾਦ ਰਹੇ ਜਾਂ ਨਾ ਰਹੇ, ਇਸ ਲਈ ਮੈਂ ਹੁਣੇ ਹੀ ਲੈ ਕੇ ਰੱਖ ਲੈਂਦੀ ਆ। ਮੈਂ ਇਹੀ ਸੋਚਦੇ ਹੋਏ ਮੰਮੀ ਦੇ ਕਮਰੇ ਵੱਲ ਜਾ ਰਹੀ ਸੀ। ਜਿਵੇਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਦੇਖ ਕੇ ਹੈਰਾਨ ਰਹਿ ਗਈ। ਅੱਜ ਫਿਰ ਮੰਮੀ ਮੈਨੂੰ ਦੇਖ ਕੇ ਕੁਝ ਲੁਕੋ ਰਹੀ ਸੀ। ਮੈਂ ਜਲਦੀ ਨਾਲ ਮੰਮੀ ਦੇ ਆਪਣੇ ਹੰਝੂ ਸਾਫ਼ ਕੀਤੇ। ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਮੰਮੀ ਜ਼ਰੂਰ ਮੇਰੇ ਤੋਂ ਕੋਈ ਵੱਡੀ ਗੱਲ ਲੁਕੋ ਰਹੀ ਆ, ਕਿਉਂਕਿ ਅਜਿਹਾ ਮੈਂ ਇੱਕ ਵਾਰ ਨਹੀਂ ਬਲਕਿ ਕਈ ਵਾਰ ਦੇਖ ਚੁੱਕੀ ਸੀ। ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਉਹ ਪਰੇਸ਼ਾਨ ਸੀ, ਪਰ ਮੈਂ ਉਹਨਾਂ ਦੀ ਬੇਟੀ ਸੀ। ਉਹ ਮੈਨੂੰ ਆਪਣੀ ਪਰੇਸ਼ਾਨੀ ਦੱਸ ਕੇ ਆਪਣਾ ਦਿਲ ਹਲਕਾ ਕਰ ਸਕਦੀ ਸੀ। ਇਸ ਵਾਰ ਮੈਂ ਮੰਮੀ ਨੂੰ ਕੋਈ ਸਵਾਲ ਨਹੀਂ ਕੀਤਾ, ਬਸ ਮੈਂ ਇੰਨਾ ਹੀ ਕਿਹਾ ਕਿ ਕੱਲ੍ਹ ਮੈਂ ਆਪਣੀ ਫੀਸ ਲੈ ਕੇ ਜਾਣੀ ਆ। ਸੁਬਾਹ ਪਤਾ ਨਹੀਂ ਮੈਨੂੰ ਯਾਦ ਰਹੇ ਜਾਂ ਨਾ ਰਹੇ, ਮੰਮੀ ਤੁਸੀਂ ਮੈਨੂੰ ਫੀਸ ਦੇ ਦਿਓ। ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਤੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਆਪਣੇ ਕਮਰੇ 'ਚ ਆ ਗਈ। ਸਾਰੀ ਰਾਤ ਮੈਂ ਇਹੀ ਸੋਚਦੀ ਰਹੀ ਕਿ ਆਖਰ ਮੰਮੀ ਨੂੰ ਕੀ ਪ੍ਰੋਬਲਮ ਆ। ਕਈ ਦਿਨ ਇਸੇ ਤਰ੍ਹਾਂ ਲੰਘ ਗਏ। ਇੱਕ ਦਿਨ ਅਰਜੈਂਟ ਕੰਮ ਲਈ ਮੰਮੀ ਨੂੰ ਮਿਲਣ ਦੇ ਲਈ ਮੈਂ ਉਹਨਾਂ ਦੇ ਆਫਿਸ ਚਲੀ ਗਈ। ਜਿਵੇਂ ਹੀ ਆਫਿਸ ਦੇ ਅੰਦਰ ਗਈ, ਮੈਂ ਦੇਖਿਆ ਮੈਨੂੰ ਕਿਸੇ ਨੇ ਆਵਾਜ਼ ਦਿੱਤੀ। ਇਹ ਆਵਾਜ਼ ਬਹੁਤ ਭਾਰੀ ਸੀ, ਕਿਸੇ ਮਰਦ ਦੀ ਆਵਾਜ਼ ਸੀ। ਮੈਂ ਜਿਵੇਂ ਹੀ ਪਿੱਛੇ ਪਲਟ ਕੇ ਦੇਖਿਆ ਤਾਂ ਉਹ ਚਾਹ ਵਾਲਾ ਆਦਮੀ ਸੀ ਜਿਸ ਨੂੰ ਮੈਂ ਉਸ ਦਿਨ ਆਪਣੀ ਮੰਮੀ ਦੇ ਕੈਬਨ 'ਚ ਨਿਕਲਦੇ ਹੋਏ ਦੇਖਿਆ ਸੀ। ਪਰ ਉਸ ਨੂੰ ਮੇਰਾ ਨਾਮ ਕਿਵੇਂ ਪਤਾ ਸੀ?
ਮੈਂ ਇਹ ਸੋਚ ਰਹੀ ਸੀ। ਜਦੋਂ ਮੈਂ ਉਸਨੂੰ ਕਿਹਾ ਹਾਂਜੀ ਦੱਸੋ, ਉਹ ਕਹਿਣ ਲੱਗਿਆ 2 ਮਿੰਟ ਮੇਰੇ ਨਾਲ ਤੂੰ ਗੱਲ ਕਰ ਸਕਦੀ ਆ। ਮੈਂ ਹਾਂ ਵਿੱਚ ਗਰਦਨ ਹਿਲਾਉਂਦੇ ਹੋਏ ਜਵਾਬ ਦਿੱਤਾ ਤਾਂ ਉਹ ਮੈਨੂੰ ਆਪਣੇ ਹੋਟਲ ਵੱਲ ਲੈ ਗਿਆ। ਉਹ ਹੋਟਲ ਮੇਰੀ ਮੰਮੀ ਦੇ ਠੀਕ ਆਫਿਸ ਦੇ ਸਾਹਮਣੇ ਬਣਿਆ ਹੋਇਆ ਸੀ। ਉਸ ਬਿਲਡਿੰਗ ਦੇ ਅੰਦਰ ਜਿੰਨੇ ਵੀ ਲੋਕ ਚਾਹ ਪੀਂਦੇ ਸੀ, ਚਾਹ ਇਸੇ ਹੋਟਲ ਤੋਂ ਜਾਂਦੀ ਸੀ। ਉਹ ਮੈਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ। ਮੈਂ ਕਿਹਾ ਦੱਸੋ ਕੀ ਗੱਲ ਕਰਨੀ ਆ। ਉਹ ਕਹਿਣ ਲੱਗਿਆ ਤੂੰ ਅੱਜ ਵੀ ਓਨੀ ਪਿਆਰੀ ਆ ਜਿੰਨੀ ਬਚਪਨ 'ਚ ਹੁੰਦੀ ਸੀ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਤੁਹਾਡਾ ਕੀ ਮਤਲਬ। ਉਹ ਕਹਿਣ ਲੱਗਿਆ ਬੀਨਾ ਤੂੰ ਮੇਰੀ ਬੇਟੀ ਆ, ਮੈਂ ਤੇਰਾ ਪਾਪਾ। ਉਸ ਦੀ ਗੱਲ ਸੁਣ ਕੇ ਮੈਂ ਸ਼ੌਕਡ ਹੋ ਗਈ। ਉਸ ਦੀਆਂ ਅੱਖਾਂ 'ਚ ਹੰਝੂ ਸੀ। ਉਹ ਮੈਨੂੰ ਦੇਖ ਕੇ ਖੁਸ਼ ਹੋ ਰਿਹਾ ਸੀ। ਉਸ ਦੀ ਅਜਿਹੀ ਗੱਲ 'ਤੇ ਪਤਾ ਨਹੀਂ ਕਿਉਂ ਮੈਨੂੰ ਹਾਸਾ ਆ ਗਿਆ। ਮੈਂ ਉੱਚੀ ਉੱਚੀ ਹੱਸਣ ਲੱਗੀ। ਮੈਂ ਕਿਹਾ ਤੁਹਾਨੂੰ ਮਜ਼ਾਕ ਕਰਨ ਦੇ ਲਈ ਮੈਂ ਹੀ ਮਿਲੀ ਸੀ। ਉਹ ਕਹਿਣ ਲੱਗਿਆ ਨਹੀਂ ਬੇਟਾ, ਮੈਂ ਮਜ਼ਾਕ ਨਹੀਂ ਕਰ ਰਿਹਾ, ਤੂੰ ਸੱਚਮੁੱਚ ਮੇਰੀ ਬੇਟੀ ਆ। ਜੇ ਤੂੰ ਚਾਹੇ ਤਾਂ ਇਹ ਗੱਲ ਆਪਣੀ ਮੰਮੀ ਨੂੰ ਵੀ ਪੁੱਛ ਸਕਦੀ ਆ। ਮੈਂ ਉਸ ਆਦਮੀ ਦੀ ਗੱਲ ਨੂੰ ਇਗਨੋਰ ਕਰਦੇ ਹੋਏ ਵਾਪਸ ਆਉਣ ਲੱਗੀ। ਜਦੋਂ ਉਸਨੇ ਮੈਨੂੰ ਕਿਹਾ ਤੇਰਾ ਜਨਮ 2 ਮਾਰਚ 2008 ਵਿੱਚ ਰਾਜਸਥਾਨ 'ਚ ਹੋਇਆ ਸੀ ਨਾ, ਇਸ ਗੱਲ 'ਤੇ ਮੇਰੇ ਕਦਮ ਉੱਥੇ ਹੀ ਰੁਕ ਗਏ। ਮੈਂ ਫਿਰ ਪਿੱਛੇ ਪਲਟ ਕੇ ਦੇਖਿਆ। ਉਸ ਦੀਆਂ ਅੱਖਾਂ 'ਚ ਅਜੇ ਵੀ ਹੰਝੂ ਸੀ। ਮੈਂ ਉਸਨੂੰ ਕਿਹਾ ਤੁਹਾਨੂੰ ਇਹ ਗੱਲ ਕਿਵੇਂ ਪਤਾ ਲੱਗੀ। ਉਹ ਕਹਿਣ ਲੱਗਿਆ ਮੈਂ ਕਿਹਾ ਨਾ ਮੈਂ ਤੇਰਾ ਪਾਪਾ, ਤੂੰ ਆਪਣੀ ਮਾਂ ਨੂੰ ਪੁੱਛ। ਤੇਰੀ ਮਾਂ ਨੇ ਤੈਨੂੰ ਕਦੇ ਮੇਰੇ ਬਾਰੇ ਨਹੀਂ ਦੱਸਿਆ। ਮੈਂ ਤੁਹਾਨੂੰ ਛੱਡ ਕੇ ਚਲਾ ਗਿਆ ਸੀ। ਉਸ ਦਿਨ ਜਦੋਂ ਮੈਂ ਤੈਨੂੰ ਤੇਰੀ ਮਾਂ ਦੇ ਨਾਲ ਨਿਕਲਦੇ ਹੋਏ ਦੇਖਿਆ ਤਾਂ ਮੈਂ ਸਮਝ ਗਿਆ ਕਿ ਤੂੰ ਮੇਰੀ ਬੇਟੀ ਬੀਨਾ ਹੀ ਆ। ਤੂੰ ਜਵਾਨ ਹੋ ਗਈ। ਜਦੋਂ ਤੂੰ 2 ਮਹੀਨੇ ਦੀ ਸੀ ਮੈਂ ਤੈਨੂੰ ਉਦੋਂ ਦੇਖਿਆ ਸੀ ਜਦੋਂ ਤੂੰ ਬਹੁਤ ਮਾਸੂਮ ਸੀ। ਇਹ ਕਹਿ ਕੇ ਉਹ ਮੇਰੇ ਸਿਰ 'ਤੇ ਹੱਥ ਰੱਖ ਰਿਹਾ ਸੀ। ਮੈਂ ਉਸ ਤੋਂ ਪਿੱਛੇ ਹਟ ਗਈ। ਮੈਂ ਉਸ ਦੀਆਂ ਗੱਲਾਂ ਸੁਣ ਕੇ ਬਿਲਕੁਲ ਚੁੱਪ ਹੋ ਗਈ। ਮੇਰੇ ਅੰਦਰ ਕੋਈ ਵੀ ਸਵਾਲ ਜਵਾਬ ਕਰਨ ਦੀ ਹਿੰਮਤ ਨਹੀਂ ਸੀ। ਮੈਂ ਫੌਰਨ ਉੱਥੋਂ ਘਰ ਚਲੀ ਗਈ। ਉਸ ਚਾਹ ਵਾਲੇ ਦੀਆਂ ਗੱਲਾਂ ਸੋਚ ਕੇ ਮੇਰਾ ਦਿਮਾਗ ਦਰਦ ਨਾਲ ਫਟ ਰਿਹਾ ਸੀ। ਉਹ ਆਦਮੀ ਸਹੀ ਕਹਿ ਰਿਹਾ ਸੀ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੀ ਮੰਮੀ ਦੇ 'ਤੇ ਨਜ਼ਰ ਰੱਖਾਂਗੀ ਅਤੇ ਉਸ ਚਾਹ ਵਾਲੇ 'ਤੇ ਵੀ, ਕਿਉਂਕਿ ਉਸ ਦਿਨ ਮੈਂ ਮੰਮੀ ਨੂੰ ਗੱਲ ਕਰਦੇ ਹੋਏ ਸੁਣਿਆ ਸੀ। ਮੈਂ ਮੰਮੀ ਦੀ ਪਰੇਸ਼ਾਨੀ ਜਾਣਨਾ ਚਾਹੁੰਦੀ ਸੀ ਕਿ ਕਿਤੇ ਇਹ ਚਾਹ ਵਾਲਾ ਮੰਮੀ ਦੀ ਪਰੇਸ਼ਾਨੀ ਤਾਂ ਨਹੀਂ। ਮੰਮੀ ਘਰ ਆਈ ਤਾਂ ਅਸੀਂ ਦੋਨੋਂ ਨੇ ਇਕੱਠਿਆਂ ਨੇ ਖਾਣਾ ਖਾਧਾ। ਮੰਮੀ ਬਹੁਤ ਪਰੇਸ਼ਾਨ। ਇੱਕ ਦਿਨ ਮੈਂ ਸਾਈਬਰ ਕੈਫੇ 'ਤੇ ਆਪਣੀ ਕੁਝ ਡਾਕੂਮੈਂਟ ਤਿਆਰ ਕਰਵਾਉਣੇ ਸੀ। ਇਸ ਲਈ ਮੈਂ ਮੰਮੀ ਦੇ ਨਾਲ ਸਾਈਬਰ ਕੈਫੇ ਚਲੀ ਗਈ। ਸੰਡੇ ਦਾ ਦਿਨ ਸੀ। ਮੇਰੀ ਮੰਮੀ ਦੀ ਛੁੱਟੀ ਸੀ। ਮੰਮੀ ਨੇ ਮੈਨੂੰ ਮੋਬਾਈਲ ਵੀ ਲੈ ਕੇ ਦਿੱਤਾ ਕਿਉਂਕਿ ਅਸੀਂ ਦੋਨੋਂ ਮਾਂ ਬੇਟੀ ਕੰਟੈਕਟ ਵਿੱਚ ਰਹਿੰਦੀਆਂ ਸੀ। ਜਿਵੇਂ ਹੀ ਅਸੀਂ ਸਾਈਬਰ ਕੈਫੇ ਦੇ ਅੰਦਰ ਐਂਟਰ ਹੋਈਆਂ, ਅਚਾਨਕ ਮੰਮੀ ਘਬਰਾ ਗਈ। ਉਹਨਾਂ ਨੇ ਮੈਨੂੰ ਕਿਹਾ ਤੂੰ ਆਪਣਾ ਕੰਮ ਕਰਵਾ, ਮੈਂ ਹੁਣੇ ਆਉਣੀ ਆ। ਇਹ ਕਹਿ ਕੇ ਮੰਮੀ ਦੁਕਾਨ ਤੋਂ ਬਾਹਰ ਚਲੀ ਗਈ। ਅਜਿਹਾ ਤਾਂ ਮੰਮੀ ਹਰ ਵਾਰ ਕਰਦੀ ਸੀ, ਇਸ ਲਈ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ। ਪਰ ਜਦੋਂ ਮੇਰਾ ਧਿਆਨ ਉਹ ਚਾਹ ਵਾਲੇ ਆਦਮੀ ਦੀ ਗੱਲ 'ਤੇ ਗਿਆ ਤਾਂ ਮੈਂ ਸੋਚਿਆ ਕਿ ਕੋਈ ਨਾ ਕੋਈ ਗੜਬੜ ਨਾ ਤਾਂ ਨਹੀਂ। ਮੈਂ ਬਾਹਰ ਨਿਕਲ ਕੇ ਮੰਮੀ ਨੂੰ ਦੇਖਣ ਲੱਗੀ, ਪਰ ਮੈਂ ਦੇਖਿਆ ਮੰਮੀ ਇੱਕ ਸਾਈਡ 'ਤੇ ਖੜੀ ਸੀ ਅਤੇ ਕਿਸੇ ਮੁੰਡੇ ਨਾਲ ਗੱਲਾਂ ਕਰ ਰਹੀ ਸੀ। ਇਹ ਮੁੰਡਾ ਕੌਣ ਸੀ? ਉਸ ਦਾ ਚਿਹਰਾ ਮੈਨੂੰ ਸਾਫ਼ ਨਜ਼ਰ ਨਹੀਂ ਆ ਰਿਹਾ ਸੀ। ਮੈਨੂੰ ਲੱਗਿਆ ਕਿ ਸ਼ਾਇਦ ਮੰਮੀ ਦੇ ਆਫਿਸ ਦਾ ਹੋਵੇਗਾ। ਇਹ ਸੋਚ ਕੇ ਮੈਂ ਦੁਬਾਰਾ ਦੁਕਾਨ ਦੇ ਅੰਦਰ ਚਲੀ ਗਈ ਅਤੇ ਆਪਣਾ ਕੰਮ ਕਰਵਾਉਣ ਲੱਗੀ। ਆਪਣੇ ਡਾਕੂਮੈਂਟ ਤਿਆਰ ਕਰਵਾਉਣ ਦੇ ਲਈ ਮੈਂ ਆਪਣਾ ਮੋਬਾਈਲ ਨੰਬਰ ਦੇਣਾ ਸੀ ਜਿਸ 'ਤੇ OTP ਆਉਣਾ ਸੀ। ਮੇਰਾ ਕੰਮ ਖਤਮ ਹੋ ਗਿਆ ਤਾਂ ਅਸੀਂ ਦੋਨੋਂ ਘਰ ਆ ਗਈਆਂ। ਮੈਂ ਦੇਖਿਆ ਰਾਤ ਦੇ ਟਾਈਮ ਮੋਬਾਈਲ 'ਤੇ ਕਿਸੇ ਦੀ ਕਾਲ ਆਉਣ ਲੱਗੀ। ਮੈਂ ਜਿਵੇਂ ਹੀ ਕਾਲ ਰਿਸੀਵ ਕੀਤੀ ਤਾਂ ਕਾਲ 'ਤੇ ਇੱਕ ਮੁੰਡਾ ਬੋਲ ਰਿਹਾ ਸੀ। ਮੈਂ ਉਸਨੂੰ ਕਿਹਾ ਤੁਸੀਂ ਕੌਣ? ਉਹ ਕਹਿਣ ਲੱਗਿਆ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਤੂੰ ਫਿਕਰ ਨਾ ਕਰ, ਤੇਰਾ ਮੇਰੇ ਨਾਲ ਵਿਆਹ ਹੋਣ ਵਾਲਾ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦੀ? ਉਸ ਨੇ ਆਪਣੀ ਗੱਲ ਕਹਿ ਕੇ ਫ਼ੋਨ ਕੱਟ ਦਿੱਤਾ ਅਤੇ ਮੇਰੀ ਕੋਈ ਗੱਲ ਹੀ ਨਹੀਂ ਸੁਣੀ। ਮੈਂ ਦੁਬਾਰਾ ਉਸ ਨੰਬਰ 'ਤੇ ਡਰ ਦੀ ਵਜ੍ਹਾ ਨਾਲ ਕਾਲ ਨਹੀਂ ਕਰ ਰਹੀ ਸੀ। ਮੈਂ ਬਹੁਤ ਘਬਰਾ ਗਈ। ਫਿਰ ਆਪਣੇ ਆਪ ਨੂੰ ਤਸੱਲੀ ਦਿੱਤੀ ਕਿ ਸੋਚਿਆ ਕਿ ਕਈ ਲੋਕ ਇਸ ਤਰ੍ਹਾਂ ਨਾਲ ਕੁੜੀਆਂ ਨੂੰ ਬਲੈਕਮੇਲ ਕਰਦੇ ਆ। ਮੇਰੇ ਕੋਲ ਤਾਂ ਮੋਬਾਈਲ ਪਹਿਲੀ ਵਾਰ ਆਇਆ, ਇਸ ਲਈ ਮੋਬਾਈਲ ਨੂੰ ਬਹੁਤ ਸਾਵਧਾਨੀ ਨਾਲ ਯੂਜ਼ ਕਰਾਂਗੀ। ਪਰ ਸੁਬਾਹ ਦੇ ਸਮੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮੰਮੀ ਅਤੇ ਮੈਂ ਨਾਸ਼ਤਾ ਕਰ ਰਹੇ ਸੀ ਅਤੇ ਮੰਮੀ ਨੇ ਮੈਨੂੰ ਕਿਹਾ ਕਿ ਮੈਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ। ਮੰਮੀ ਦੀ ਗੱਲ ਸੁਣ ਕੇ ਮੈਂ ਸ਼ੌਕਡ ਰਹਿ ਗਈ। ਮੈਂ ਕਿਹਾ ਮੰਮੀ ਤੁਸੀਂ ਕੀ ਕਹਿ ਰਹੀ ਹੋ? ਮੇਰਾ ਵਿਆਹ ਇੰਨੀ ਜਲਦੀ ਕਿਉਂ? ਅਜੇ ਤਾਂ ਮੈਂ ਇੰਟਰ ਵੀ ਨਹੀਂ ਕੀਤਾ ਅਤੇ ਮੇਰੀ ਵਿਆਹ ਦੀ ਵੀ ਉਮਰ ਨਹੀਂ। ਮੰਮੀ ਕਹਿਣ ਲੱਗੀ ਬਸ ਮੈਂ ਫੈਸਲਾ ਕਰ ਚੁੱਕੀ ਹਾਂ, ਜਲਦ ਤੋਂ ਜਲਦ ਤੇਰਾ ਵਿਆਹ ਕਰ ਦੇਵਾਂਗੀ। ਬਸ ਤੂੰ ਆਪਣਾ ਇਹ 1 ਸਾਲ ਪੂਰਾ ਕਰ ਲਾ, ਉਸ ਤੋਂ ਬਾਅਦ ਤੇਰਾ ਵਿਆਹ ਹੋਣ ਵਾਲਾ। ਮੰਮੀ ਦੀ ਗੱਲ ਸੁਣ ਕੇ ਮੈਂ ਤਾਂ ਰੋਣਾ ਸ਼ੁਰੂ ਕਰ ਦਿੱਤਾ, ਪਰ ਮੰਮੀ ਨੂੰ ਮੇਰੇ ਰੋਣ 'ਤੇ ਕੋਈ ਫਰਕ ਹੀ ਨਹੀਂ ਪੈ ਰਿਹਾ ਸੀ। ਮੈਂ ਉਸ ਦਿਨ ਬਹੁਤ ਰੋਈ। ਮੰਮੀ ਆਫਿਸ ਜਾ ਚੁੱਕੀ ਸੀ। ਪਤਾ ਨਹੀਂ ਮੰਮੀ ਮੇਰੇ ਨਾਲ ਅਜਿਹਾ ਕਿਉਂ ਕਰ ਰਹੀ ਸੀ। ਮੈਨੂੰ ਉਹ ਚਾਹ ਵਾਲੇ ਦੀ ਵੀ ਯਾਦ ਆ ਗਈ ਕਿਉਂਕਿ ਅਜੇ ਵੀ ਮੇਰਾ ਧਿਆਨ ਉਸ ਦੀਆਂ ਗੱਲਾਂ ਤੋਂ ਨਹੀਂ ਹਟਿਆ ਸੀ। ਉਸ ਨੇ ਮੈਨੂੰ ਗੱਲਾਂ ਵਿੱਚ ਕੁਝ ਅਜਿਹਾ ਵੀ ਦੱਸਿਆ ਸੀ ਕਿ ਮੰਮੀ ਆਫਿਸ ਚਲੀ ਗਈ ਅਤੇ ਮੈਂ ਉਸ ਦਾ ਪਿੱਛਾ ਕਰਦੇ ਹੋਏ ਆਫਿਸ ਗਈ। ਮੈਂ ਉਸ ਦਿਨ ਕਾਲਜ ਨਹੀਂ ਗਈ। ਮੈਂ ਮੰਮੀ ਤੋਂ ਲੁੱਕ ਕੇ ਕਾਲਜ ਗਈ।
ਤਾਂ ਕਿ ਮੈਂ ਮੰਮੀ ਮੈਨੂੰ ਦੇਖ ਨਾ ਲਵੇ। ਮੰਮੀ ਦਾ ਪਿੱਛਾ ਕਰਦੇ ਕਰਦੇ ਉਹਨਾਂ ਦੇ ਆਫਿਸ ਤੱਕ ਪਹੁੰਚ ਗਈ। ਮੈਂ ਦੇਖਿਆ ਆਫਿਸ ਦੇ ਗੇਟ 'ਤੇ ਹੀ ਮੰਮੀ ਉਸ ਚਾਹ ਵਾਲੇ ਆਦਮੀ ਨੂੰ ਰੋਕ ਲਿਆ ਤੇ ਮੰਮੀ ਨੂੰ ਕਹਿਣ ਲੱਗਿਆ ਕਿ ਮੈਨੂੰ ਮਾफ़ ਕਰ ਦੇ ਕਵਿਤਾ, ਸਾਡੀ ਬੇਟੀ ਕਿੰਨੀ ਵੱਡੀ ਹੋ ਗਈ ਆ, ਬਿਲਕੁਲ ਤੇਰੇ 'ਤੇ ਗਈ ਆ। ਆਪਣੀ ਬੇਟੀ ਦੀ ਖਾਤਰ ਹੀ ਮੈਨੂੰ ਮਾफ़ ਕਰ ਦੇ। ਮੈਂ ਜਾਣਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੰਮੀ ਨੂੰ ਉਸ ਆਦਮੀ 'ਤੇ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ, ਇੱਥੋਂ ਚਲਾ ਜਾ, ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਤੂੰ ਹਮੇਸ਼ਾ ਮੇਰਾ ਤਮਾਸ਼ਾ ਬਣਾਉਂਦਾ ਰਹਿਣਾ। ਮੈਂ ਤੇ ਮੇਰੀ ਬੇਟੀ ਬਹੁਤ ਸਕੂਨ ਦੀ ਜ਼ਿੰਦਗੀ ਜਿਉ ਰਹੀਆਂ। ਸਾਨੂੰ ਤੇਰੀ ਜ਼ਰੂਰਤ ਨਹੀਂ। ਅਸੀਂ ਤੇਰੇ ਬਿਨਾਂ ਇੰਨਾ ਲੰਮਾ ਸਮਾਂ ਕੱਢ ਲਿਆ। ਹੁਣ ਤੂੰ ਸਾਡੀ ਜ਼ਿੰਦਗੀ 'ਚ ਸ਼ਾਮਲ ਹੋ ਕੇ ਕੀ ਕਰਨਾ ਚਾਹੁੰਦਾ? ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਚਾਹ ਵਾਲਾ ਆਦਮੀ ਮੇਰਾ ਪਿਤਾ। ਥੋੜ੍ਹੀ ਦੇਰ ਬਾਅਦ ਇੱਕ ਵੱਡੀ ਜੀ ਗੱਡੀ ਦੇ ਕੰਪਨੀ ਦੇ ਬੌਸ ਆਏ। ਜਦੋਂ ਉਹ ਗੱਡੀ ਤੋਂ ਉਤਰ ਕੇ ਆਫਿਸ ਦੇ ਅੰਦਰ ਜਾਣ ਲੱਗੇ ਤਾਂ ਉਹਨਾਂ ਨੇ ਚਾਹ ਵਾਲੇ ਨੂੰ ਤੇ ਮੇਰੀ ਮੰਮੀ ਨੂੰ ਆਪਸ 'ਚ ਗੱਲਾਂ ਕਰਦੇ ਹੋਏ ਦੇਖਿਆ। ਉਹਨਾਂ ਨੇ ਮੇਰੀ ਮੰਮੀ ਨੂੰ ਪੁੱਛਿਆ, ਕੀ ਹੋਇਆ ਕਵਿਤਾ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੰਮੀ ਅਣਜਾਣ ਜਿਹੀ ਸ਼ਕਲ ਬਣਾਉਣ ਲੱਗੀ। ਬੌਸ ਨੇ ਜਦੋਂ ਚਾਹ ਵਾਲੇ ਵੱਲ ਦੇਖਿਆ ਤਾਂ ਉਹਨਾਂ ਨੇ ਕਿਹਾ, ਤੂੰ ਇੱਥੇ ਕੀ ਕਰ ਰਿਹਾ? ਚੱਲ ਜਾ ਆਪਣਾ ਕੰਮ ਕਰ। ਮੈਂ ਕਈ ਵਾਰ ਦੇਖ ਚੁੱਕਿਆ ਤੂੰ ਕਵਿਤਾ ਜੀ ਨਾਲ ਬਹੁਤ ਗੱਲਾਂ ਕਰਦਾ। ਕਵਿਤਾ ਜੀ ਆਖਰ ਇਹ ਤੁਹਾਡੇ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ? ਉਹਨਾਂ ਦੇ ਸਵਾਲ 'ਤੇ ਮੰਮੀ ਚੁੱਪ ਰਹੀ। ਚਾਹ ਵਾਲਾ ਆਦਮੀ ਵੀ ਕੁਝ ਨਹੀਂ ਬੋਲਿਆ। ਬੌਸ ਨੇ ਉਸ ਨੂੰ ਝਿੜਕ ਦਿੱਤਾ ਤੇ ਉਹ ਉੱਥੋਂ ਚਲਾ ਗਿਆ। ਮੇਰੀ ਮੰਮੀ ਬੌਸ ਦੇ ਨਾਲ ਆਫਿਸ ਦੇ ਅੰਦਰ ਚਲੀ ਗਈ। ਹੁਣ ਮੈਨੂੰ ਕਹਾਣੀ ਕੁਝ ਸਮਝ ਆ ਰਹੀ ਸੀ। ਮੈਂ ਇਹ ਵੀ ਸਮਝ ਗਈ ਕਿ ਹੁਣ ਅੱਗੇ ਕੀ ਕਰਨਾ। ਮੈਂ ਉੱਥੋਂ ਭੱਜਦੀ ਹੋਈ ਆਪਣੇ ਘਰ ਆ ਗਈ। ਘਰ ਆਉਂਦੀ ਮੈਂ ਮੰਮੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਮੰਮੀ ਦੇ ਕਮਰੇ ਦੀ ਤਲਾਸ਼ੀ ਲੈਣ ਲੱਗੀ। ਮੈਂ ਹਰ ਇੱਕ ਚੀਜ਼ ਫਰੋਲ ਕੇ ਦੇਖੀ ਪਰ ਮੈਨੂੰ ਕੁਝ ਨਹੀਂ ਮਿਲਿਆ। ਫਿਰ ਮੇਰਾ ਧਿਆਨ ਬੈੱਡ 'ਤੇ ਗਿਆ। ਮੈਂ ਬੈੱਡ ਦੀ ਚਾਦਰ ਚੁੱਕੀ ਤੇ ਉੱਥੇ ਵੀ ਕੁਝ ਨਹੀਂ। ਪਰ ਜਿਵੇਂ ਹੀ ਬੈੱਡ ਦੇ ਗੱਦੇ ਨੂੰ ਚੁੱਕਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉੱਥੇ ਇੱਕ ਫੋਟੋ ਪਈ ਸੀ। ਮੈਂ ਜਾਣਦੀ ਸੀ ਕਿ ਮੈਨੂੰ ਮੰਮੀ ਦੇ ਕਮਰੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਮਿਲੇਗਾ ਜੋ ਮੇਰੀ ਮੰਮੀ ਮੇਰੇ ਪਾਪਾ ਦੇ ਵੱਲ ਇਸ਼ਾਰਾ ਕਰਦੇ ਹੋਏ ਨਜ਼ਰ ਆਵੇਗੀ। ਇਹ ਫੋਟੋ ਦੇਖਦੇ ਹੀ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਇਸ ਦਾ ਮਤਲਬ ਇਹ ਕਿ ਚਾਹ ਵਾਲਾ ਬਿਲਕੁਲ ਸੱਚ ਕਹਿ ਰਿਹਾ। ਉਹ ਸੱਚਮੁੱਚ ਮੇਰੇ ਪਾਪਾ, ਕਿਉਂਕਿ ਉਸ ਫੋਟੋ ਵਿੱਚ ਚਾਹ ਵਾਲਾ ਆਦਮੀ ਲਾੜਾ ਬਣਿਆ ਹੋਇਆ ਸੀ ਤੇ ਮੇਰੀ ਮੰਮੀ ਉਹਦੇ ਨਾਲ ਦੁਲਹਨ ਬਣ ਕੇ ਖੜੀ ਸੀ। ਇਹ ਫੋਟੋ ਦੋਹਾਂ ਦੇ ਵਿਆਹ ਦੀ ਫੋਟੋ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਮੰਮੀ ਨੇ ਕਦੇ ਵੀ ਇਹ ਫੋਟੋ ਮੈਨੂੰ ਨਹੀਂ ਦਿਖਾਈ। ਇਹਦਾ ਮਤਲਬ ਇਹ ਸੀ ਕਿ ਹਰ ਫੋਟੋ ਨੂੰ ਦੇਖ ਕੇ ਮੰਮੀ ਰੋਂਦੀ ਸੀ। ਮੈਨੂੰ ਦੇਖ ਕੇ ਫੋਟੋ ਲੁਕੋ ਦਿੰਦੀ ਸੀ। ਮੇਰੇ ਪਾਪਾ ਅਜੇ ਜਿਉਂਦੇ ਸੀ। ਜਦੋਂ ਮੈਂ ਮੰਮੀ ਨੂੰ ਪਾਪਾ ਬਾਰੇ ਪੁੱਛਦੀ ਤਾਂ ਮੰਮੀ ਕਹਿ ਦਿੰਦੀ ਕਿ ਤੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ। ਪਰ ਮੰਮੀ ਨੇ ਪਾਪਾ ਦੀ ਸੱਚਾਈ ਮੈਨੂੰ ਕਿਉਂ ਨਹੀਂ ਦੱਸੀ ਸੀ? ਉਹ ਮੇਰੇ ਤੋਂ ਕਿਉਂ ਲੁਕੋ ਰਹੀ ਸੀ? ਇਹ ਸਵਾਲ ਮੇਰੇ ਦਿਮਾਗ 'ਚ ਘੁੰਮ ਰਹੇ ਸੀ। ਫਿਰ ਮੈਂ ਮੰਮੀ ਦੇ ਆਫਿਸ ਵਿੱਚ ਚਲੀ ਗਈ। ਡਾਇਰੈਕਟ ਉਹਨਾਂ ਦੇ ਕੈਬਨ 'ਚ ਜਾ ਕੇ ਬੈਠ ਗਈ। ਮੈਂ ਚਾਹ ਵਾਲੇ ਅੰਕਲ ਨੂੰ ਪਹਿਲਾਂ ਹੀ ਬੋਲ ਦਿੱਤਾ ਸੀ ਕਿ ਉਹ ਸਾਡੇ ਦੋਹਾਂ ਲਈ ਕੈਬਨ 'ਚ ਚਾਹ ਲੈ ਕੇ ਆਵੇ। ਮੰਮੀ ਮੈਨੂੰ ਦੇਖ ਕੇ ਘਬਰਾ ਗਈ। ਕਹਿਣ ਲੱਗੀ, ਤੂੰ ਇੱਥੇ ਕਿਉਂ ਆ ਜਾਂਦੀ ਆ? ਤੈਨੂੰ ਮੈਂ ਮਨਾ ਕੀਤਾ ਨਾ ਮੇਰੇ ਆਫਿਸ ਨਾ ਆਇਆ ਕਰ। ਜੋ ਵੀ ਗੱਲ ਕਰਨੀ ਹੁੰਦੀ ਆ ਘਰ ਜਾ ਕਰ ਲਿਆ ਕਰ। ਮੈਂ ਮੰਮੀ ਨੂੰ ਕਿਹਾ, ਕਿਉਂ? ਮੈਂ ਤੁਹਾਨੂੰ ਇੱਥੇ ਆ ਕੇ ਮਿਲ ਨਹੀਂ ਸਕਦੀ? ਮੰਮੀ ਕਹਿਣ ਲੱਗੀ, ਨਹੀਂ, ਕਿਉਂਕਿ ਮੇਰੇ ਕੰਮ ਕਰਨ ਦੀ ਜਗ੍ਹਾ। ਮੈਂ ਇੱਥੇ ਆਪਣਾ ਫੈਮਿਲੀ ਮੈਟਰ ਡਿਸਕਸ ਨਹੀਂ ਕਰਨਾ ਚਾਹੁੰਦੀ। ਫਿਰ ਚਾਹ ਵਾਲਾ ਚਾਹ ਲੈ ਕੇ ਆ ਗਿਆ। ਮੈਂ ਜਲਦੀ ਨਾਲ ਖੜ ਕੇ ਉਹਦੇ ਹੱਥ 'ਚੋਂ ਚਾਹ ਲਈ ਤੇ ਕਿਹਾ, ਅੰਕਲ ਤੁਹਾਡੀ ਚਾਹ ਬਹੁਤ ਵਧੀਆ ਹੁੰਦੀ ਆ। ਮੈਂ ਹਰ ਰੋਜ਼ ਆਇਆ ਕਰਾਂਗੀ। ਤੁਸੀਂ ਮੇਰੇ ਤੋਂ ਮੇਰੀ ਮੰਮੀ ਲਈ ਸਪੈਸ਼ਲ ਚਾਹ ਬਣਾਇਆ ਕਰੋ। ਇਹ ਦੇਖ ਕੇ ਮੇਰੀ ਮੰਮੀ ਦਾ ਮੂਡ ਖਰਾਬ ਹੋ ਰਿਹਾ ਸੀ। ਮੇਰੀ ਮੰਮੀ ਨੇ ਇਸ਼ਾਰੇ ਨਾਲ ਉਸ ਨੂੰ ਜਾਣ ਦੇ ਲਈ ਕਿਹਾ ਤਾਂ ਉੱਥੋਂ ਚਲਾ ਗਿਆ। ਪਰ ਮੇਰੀ ਗੱਲ ਸੁਣ ਕੇ ਬਹੁਤ ਹੀ ਖੁਸ਼ ਹੋਇਆ। ਮੰਮੀ ਮੈਨੂੰ ਕਹਿਣ ਲੱਗੀ, ਤੈਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ। ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ, ਹੁਣ ਵੀ ਕਹਿ ਰਹੀ ਹਾਂ, ਇੱਥੋਂ ਚਲੀ ਜਾ। ਮੈਂ ਕਿਹਾ, ਮੰਮੀ ਮੈਂ ਤਾਂ ਸਕੂਲ ਤੋਂ ਹੁਣ ਹਰ ਰੋਜ਼ ਇੱਥੇ ਆਇਆ ਕਰਾਂਗੀ ਕਿਉਂਕਿ ਮੈਨੂੰ ਉਸ ਅੰਕਲ ਦੇ ਹੱਥ ਦੀ ਚਾਹ ਬਹੁਤ ਪਸੰਦ ਆ। ਮੰਮੀ ਕਹਿਣ ਲੱਗੀ, ਤੂੰ ਪਾਗਲ ਹੋ ਗਈ ਆ? ਬਿਨਾਂ ਉਹ ਆਦਮੀ ਤੋਂ ਦੂਰ ਰਹਿ। ਮੈਂ ਕਿਹਾ, ਕਿਉਂ ਦੂਰ ਕਿਉਂ ਰਵਾਂ? ਮੈਂ ਤਾਂ ਬਸ ਉਹਨਾਂ ਦੀ ਚਾਹ ਪੀਣ ਦੇ ਲਈ ਆਈ ਹਾਂ। ਮੰਮੀ ਕਹਿਣ ਲੱਗੀ, ਤੂੰ ਸੱਚਮੁੱਚ ਪਾਗਲ ਹੋ ਗਈ ਆ? ਮੈਂ ਕਿਹਾ, ਮੰਮੀ ਤੁਸੀਂ ਤਾਂ ਇਸ ਤਰ੍ਹਾਂ ਰਿਐਕਟ ਕਰ ਰਹੇ ਹੋ ਜਿਵੇਂ ਉਹਨਾਂ ਦੇ ਹੱਥ ਦੀ ਚਾਹ ਨਹੀਂ ਪੀਤੀ। ਮੈਂ ਤਾਂ ਦੇਖਿਆ ਜਦੋਂ ਮੈਂ ਆਉਣੀ ਆ ਉਹ ਤੁਹਾਡੇ ਕੈਬਨ ਵਿੱਚ ਚਾਹ ਦੇ ਕੇ ਜਾ ਰਿਹਾ ਹੁੰਦਾ। ਮੇਰੀਆਂ ਗੱਲਾਂ 'ਤੇ ਮੰਮੀ ਨੂੰ ਬਹੁਤ ਹੀ ਗੁੱਸਾ ਆ ਰਿਹਾ ਸੀ। ਉਸ ਨੇ ਮੈਨੂੰ ਕਿਹਾ ਕਿ ਮੈਂ ਜਲਦੀ ਨਾਲ ਤੇਰਾ ਵਿਆਹ ਕਰ ਦੇਵਾਂ। ਇਹੀ ਬਿਹਤਰ ਹੋਵੇਗਾ। ਘਰ ਜਾ ਕੇ ਘਰ ਦੇ ਕੰਮਕਾਜ ਸਿੱਖ ਲਾ। ਫਿਰ ਮੰਮੀ ਦੇ ਕੁਝ ਕਲਾਇੰਟ ਮੀਟਿੰਗ ਦੇ ਲਈ ਆ ਗਏ। ਮਜਬੂਰਨ ਮੈਨੂੰ ਉੱਠ ਕੇ ਉੱਥੋਂ ਘਰ ਆਉਣਾ ਪਿਆ। ਪਰ ਮੈਂ ਦੇਖਿਆ ਕਿ ਮੈਨੂੰ ਮੇਰੇ ਪਾਪਾ ਬੜੀ ਗੌਰ ਨਾਲ ਦੇਖ ਰਹੇ ਸੀ। ਅੱਜ ਮੈਂ ਉਹਨਾਂ ਦੇ ਕੋਲ ਗਈ। ਮੈਂ ਕਿਹਾ, ਪਾਪਾ ਮੈਨੂੰ ਸਭ ਕੁਝ ਪਤਾ ਲੱਗ ਗਿਆ ਕਿ ਤੁਸੀਂ ਮੇਰੇ ਪਾਪਾ ਹੋ। ਇਹ ਗੱਲ ਸੁਣ ਕੇ ਉਹ ਖੁਸ਼ ਹੋਏ। ਖੁਸ਼ੀ ਨਾਲ ਉਹਨਾਂ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੇ, ਬੇਟਾ ਤੂੰ ਬਹੁਤ ਚੰਗੀ ਆ। ਤੇਰੀ ਮੰਮੀ ਵੀ ਬਹੁਤ ਚੰਗੀ ਆ। ਬਸ ਆਪਣੀ ਮੰਮੀ ਨੂੰ ਕਹਿ ਕੇ ਇੱਕ ਵਾਰ ਮੈਨੂੰ ਮਾफ़ ਕਰ ਦੇਵੇ, ਫਿਰ ਮੈਂ ਸਭ ਕੁਝ ਬਿਲਕੁਲ ਠੀਕ ਕਰ ਦੇਵਾਂਗਾ। ਮੈਂ ਉਹਨਾਂ ਨੂੰ ਪੁੱਛਿਆ ਕਿ ਆਖਰ ਤੁਹਾਡੇ ਤੇ ਮੰਮੀ ਦੇ ਵਿੱਚ ਕੀ ਹੋਇਆ? ਤਾਂ ਉਹ ਕਹਿਣ ਲੱਗਿਆ ਕਿ ਇਸ ਬਾਰੇ ਮੈਂ ਤੈਨੂੰ ਨਹੀਂ ਦੱਸ ਸਕਦਾ। ਇਹ ਤਾਂ ਤੇਰੀ ਮੰਮੀ ਦੱਸੇਗੀ।
ਮੈਂ ਉਹਨਾਂ ਨਾਲ ਕੁਝ ਦੇਰ ਗੱਲ ਕਰਨ ਤੋਂ ਬਾਅਦ ਘਰ ਆ ਗਈ, ਪਰ ਪਤਾ ਨਹੀਂ ਕਿਉਂ ਮੈਨੂੰ ਆਪਣੇ ਪਾਪਾ ਨਾਲ ਦਿਲੀ ਲਗਾਵ ਹੋਣ ਲੱਗ ਗਿਆ। ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਉਹ ਮੇਰੇ ਪਾਪਾ, ਉਦੋਂ ਤਾਂ ਮੈਂ ਇਹੀ ਚਾਹੁੰਦੀ ਸੀ ਕਿ ਮੇਰੇ ਪਾਪਾ ਵੀ ਸਾਡੇ ਨਾਲ ਰਹਿਣ, ਪਰ ਪੂਰੀ ਗੱਲ ਜਾਣਨਾ ਚਾਹੁੰਦੀ ਸੀ। ਅੱਜ ਮੈਂ ਫੈਸਲਾ ਕਰ ਲਿਆ ਕਿ ਮੈਂ ਮੰਮੀ ਨਾਲ ਗੱਲ ਕਰਕੇ ਰਵਾਂਗੀ। ਮੰਮੀ ਰਾਤ ਦੇ ਸਮੇਂ ਘਰ ਆਈ ਤਾਂ ਉਹ ਫੋਟੋ ਜੋ ਮੈਂ ਮੰਮੀ ਦੇ ਕਮਰੇ 'ਚ ਦੇਖੀ ਸੀ ਉਹ ਮੈਂ ਆਪਣੇ ਕੋਲ ਰੱਖ ਲਈ। ਮੰਮੀ ਆਪਣੇ ਕਮਰੇ ਦੇ ਅੰਦਰ ਗਈ। ਥੋੜ੍ਹੀ ਦੇਰ ਬਾਅਦ ਉਹ ਮੈਨੂੰ ਬੇਚੈਨ ਨਜ਼ਰ ਆਈ। ਇੱਧਰ ਉੱਧਰ ਟਹਿਲ ਰਹੀ ਸੀ, ਘਰ ਦੇ ਸਮਾਨ ਦੀ ਛਾਣਬੀਨ ਕਰ ਰਹੀ ਸੀ, ਵਾਰ-ਵਾਰ ਬੈੱਡ ਦੇ ਗੱਦੇ ਚੁੱਕ ਰਹੀ ਸੀ। ਮੈਂ ਉਹਨਾਂ ਦੇ ਕੋਲ ਗਈ ਤੇ ਕਿਹਾ, ਮੰਮੀ ਜੋ ਤੁਸੀਂ ਲੱਭ ਰਹੇ ਹੋ ਉਹ ਮੇਰੇ ਕੋਲ ਆ। ਮੰਮੀ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈ। ਮੇਰੇ ਹੱਥ ਵਿੱਚ ਫੋਟੋ ਦੇਖੀ ਜਿਸ ਨੂੰ ਉਹ ਲੱਭ ਰਹੀ ਸੀ। ਮੰਮੀ ਮੇਰੇ ਕੋਲ ਆਈ ਤੇ ਉਹਨਾਂ ਨੇ ਝਟਕੇ ਨਾਲ ਮੇਰੇ ਹੱਥੋਂ ਫੋਟੋ ਖੋਹ ਲਈ ਤੇ ਮੰਮੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਕਿਉਂਕਿ ਉਹ ਸ਼ਰਮਿੰਦਾ ਹੋ ਰਹੀ ਸੀ। ਮੈਂ ਮੰਮੀ ਨੂੰ ਕਿਹਾ ਕਿ ਹੁਣ ਤੁਹਾਨੂੰ ਮੇਰੇ ਤੋਂ ਕੁਝ ਵੀ ਲੁਕਾਉਣ ਦੀ ਜ਼ਰੂਰਤ ਨਹੀਂ ਆ। ਮੈਂ ਜਾਣ ਗਈ ਹਾਂ ਕਿ ਉਹ ਚਾਹ ਵਾਲਾ ਆਦਮੀ ਮੇਰਾ ਪਾਪਾ, ਪਰ ਮੈਂ ਆਪਣੇ ਸਾਰੇ ਸਵਾਲਾਂ ਦਾ ਜਵਾਬ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ। ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਮੇਰੇ ਤੋਂ ਇਹ ਗੱਲ ਕਿਉਂ ਲੁਕੋਈ ਕਿ ਮੇਰੇ ਪਾਪਾ ਜਿਉਂਦੇ ਆ? ਮੰਮੀ ਕਹਿਣ ਲੱਗੀ, ਮੇਰੇ ਕੋਲ ਤੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ, ਕੁਝ ਦੇਰ ਦੇ ਲਈ ਮੈਨੂੰ ਇਕੱਲੀ ਛੱਡ ਦੇ। ਮੈਂ ਕਿਹਾ, ਨਹੀਂ, ਅੱਜ ਮੈਂ ਤੁਹਾਨੂੰ ਇਕੱਲੀ ਨਹੀਂ ਛੱਡਾਂਗੀ। ਆਖਰ ਤੁਸੀਂ ਪਰੇਸ਼ਾਨ ਕਿਉਂ ਰਹਿੰਦੇ ਹੋ? ਚਾਹ ਵਾਲਾ ਆਦਮੀ ਕਿਉਂ ਬਾਰ-ਬਾਰ ਕਹਿੰਦਾ ਕਿ ਮੈਂ ਤੇਰਾ ਪਾਪਾ? ਮੈਂ ਸਭ ਕੁਝ ਜਾਣਨਾ ਚਾਹੁੰਦੀ ਹਾਂ। ਮੈਂ ਫੁੱਟ-ਫੁੱਟ ਕੇ ਰੋਣ ਲੱਗ ਗਈ ਤੇ ਰੋਂਦੇ-ਰੋਂਦੇ ਜ਼ਮੀਨ 'ਤੇ ਬੈਠ ਗਈ। ਜਦੋਂ ਮੰਮੀ ਨੇ ਮੈਨੂੰ ਹੇਠਾਂ ਬੈਠ ਕੇ ਰੋਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਮੈਨੂੰ ਸਹਾਰਾ ਦਿੱਤਾ ਤੇ ਕਿਹਾ ਕਿ ਹੁਣ ਤੂੰ ਵੱਡੀ ਹੋ ਚੁੱਕੀ ਆ, ਹੁਣ ਵਕਤ ਆ ਗਿਆ ਕਿ ਮੈਂ ਤੈਨੂੰ ਸਭ ਕੁਝ ਦੱਸ ਦੇਵਾਂ। ਅੱਧੀ ਸੱਚਾਈ ਤਾਂ ਤੈਨੂੰ ਪਤਾ ਲੱਗ ਹੀ ਗਈ ਆ। ਦਰਅਸਲ ਤੇਰੇ ਪਾਪਾ ਦੀ ਵਜ੍ਹਾ ਕਰਕੇ ਮੈਂ ਬਹੁਤ ਪਰੇਸ਼ਾਨੀਆਂ ਦੇਖੀਆਂ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ। ਮੈਂ ਤਾਂ ਤੇਰੇ ਪਾਪਾ ਨੂੰ ਬਹੁਤ ਚੰਗਾ ਇਨਸਾਨ ਸਮਝਦੀ ਸੀ ਕਿਉਂਕਿ ਉਹਨਾਂ ਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਸੀ, ਪਰ ਜਦੋਂ ਮੇਰਾ ਵਿਆਹ ਉਹਨਾਂ ਨਾਲ ਹੋ ਗਿਆ ਤਾਂ ਮੇਰਾ ਬੈਲੈਂਸ ਤੇਰੇ ਪਾਪਾ ਨਾਲ ਠੀਕ ਨਹੀਂ ਬੈਠਿਆ। ਮੈਂ ਉਸ ਛੋਟੇ ਜਿਹੇ ਘਰ 'ਚ ਗੁਜ਼ਾਰਾ ਕਰ ਸਕਦੀ ਸੀ, ਪਰ ਐਸੇ ਅਜਿਹੇ ਇਨਸਾਨ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਸੀ ਜੋ ਮਿਹਨਤ ਮਜ਼ਦੂਰੀ ਨਾ ਕਰ ਸਕੇ, ਜੋ ਆਪਣੀ ਪਤਨੀ ਨੂੰ ਕਮਾਈ ਕਰਕੇ ਨਾ ਦੇ ਸਕੇ। ਫਿਰ ਮੈਨੂੰ ਲੱਗਿਆ ਕਿ ਜਦੋਂ ਤੇਰੇ ਪਾਪਾ ਇਹ ਖਬਰ ਸੁਣਨਗੇ ਕਿ ਉਹ ਪਿਓ ਬਣਨ ਵਾਲੇ ਆ ਤਾਂ ਸ਼ਾਇਦ ਮਿਹਨਤ ਕਰਨਾ ਸਿੱਖ ਲੈਣਗੇ, ਮੁਫਤ ਦੀਆਂ ਰੋਟੀਆਂ ਤੋੜਨਾ ਬੰਦ ਕਰ ਦੇਣਗੇ। ਪਰ ਉਹਨਾਂ ਨੇ ਆਪਣੀਆਂ ਹਰਕਤਾਂ ਨਹੀਂ ਛੱਡੀਆਂ। ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਬੇਟਾ ਚਾਹੀਦਾ, ਬੇਟੀ ਨਹੀਂ। ਅਸੀਂ ਜਿਹੜੇ ਘਰ 'ਚ ਰਹਿੰਦੇ ਸੀ ਉੱਥੋਂ ਦੇ ਸਾਰੇ ਲੋਕ ਇਹ ਜਾਣਦੇ ਸੀ ਕਿ ਮੈਂ ਬਹੁਤ ਸੋਹਣੀ ਆ। ਜਿਸ ਦਿਨ ਮੇਰਾ ਵਿਆਹ ਹੋਇਆ ਮੈਂ ਉਹਨਾਂ ਲੋਕਾਂ ਦੇ ਘਰ 'ਚ ਕੰਮ ਕਰਦੀ ਸੀ। ਸਭ ਨੂੰ ਇਹੀ ਲੱਗਦਾ ਸੀ ਕਿ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਆ। ਮੈਂ ਸਿੱਧੀ ਸਾਦੀ ਕੁੜੀ ਦੀ ਤਰ੍ਹਾਂ ਸਹੁਰੇ ਘਰ ਗੁਜ਼ਾਰਾ ਨਹੀਂ ਕਰ ਸਕਦੀ ਸੀ। ਮੈਂ ਇੱਕ ਵਿਗੜੀ ਹੋਈ ਔਰਤ ਹਾਂ ਜਿਸ ਨੂੰ ਕੰਮ ਕਰਕੇ ਮਰਦਾਂ ਨੂੰ ਫਸਾਉਣ ਦਾ ਬਹੁਤ ਸ਼ੌਂਕ ਆ, ਪਰ ਅਜਿਹਾ ਕੁਝ ਵੀ ਨਹੀਂ ਸੀ। ਲੋਕਾਂ ਨੇ ਸ਼ੁਰੂ ਤੋਂ ਹੀ ਮੇਰੇ 'ਤੇ ਬੇਵਜ੍ਹਾ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਮੈਂ ਆਂਢ ਗੁਆਂਢ ਕੰਮ ਕਰਨ ਵੀ ਜਾਂਦੀ ਤਾਂ ਉਹਨਾਂ ਦੇ ਪਤੀ ਮੇਰੇ 'ਤੇ ਗੰਦੀ ਨਜ਼ਰ ਰੱਖਦੇ ਕਿਉਂਕਿ ਮੈਂ ਬਹੁਤ ਸੋਹਣੀ ਸੀ। ਮਜਬੂਰੀ 'ਚ ਮੈਂ ਦੂਜੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ। ਮੇਰੇ ਪਤੀ ਨੇ ਮੇਰੀ ਕਦੇ ਇੱਜ਼ਤ ਹੀ ਨਹੀਂ ਸਮਝਿਆ। ਉਹ ਖੁਦ ਮੈਨੂੰ ਕੰਮ ਕਰਨ ਦੇ ਲਈ ਭੇਜਦਾ। ਮਹੱਲੇ ਦੀਆਂ ਸਾਰੀਆਂ ਔਰਤਾਂ ਇਹੀ ਸਮਝਦੀਆਂ ਕਿ ਮੈਂ ਗਲਤ ਔਰਤ ਹਾਂ। ਮੈਂ ਤੇਰੇ ਪਿਤਾ ਨੂੰ ਕਹਿੰਦੀ ਕਿ ਮੈਂ ਕੰਮ ਨਹੀਂ ਕਰ ਸਕਦੀ। ਲੋਕ ਮੇਰੇ 'ਤੇ ਗਲਤ ਇਲਜ਼ਾਮ ਲਗਾਉਂਦੇ ਆ, ਪਰ ਤੇਰੇ ਪਾਪਾ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸੀ। ਜਿੱਥੇ ਮੈਂ ਕੰਮ ਕਰਨ ਜਾਂਦੀ ਮੇਰੇ ਨਾਲ ਇਹੀ ਹੁੰਦਾ। ਕਈ ਵਾਰ ਤਾਂ ਮੈਂ ਆਪਣੀ ਇੱਜ਼ਤ ਬਚਾ ਕੇ ਬੜੀ ਮੁਸ਼ਕਲ ਨਾਲ ਉਹਨਾਂ ਦੇ ਘਰ ਵਿੱਚੋਂ ਭੱਜਦੀ ਸੀ। ਫਿਰ ਮੈਂ ਤੈਨੂੰ ਜਨਮ ਦਿੱਤਾ। ਜਦੋਂ ਤੇਰੇ ਪਾਪਾ ਨੇ ਤੈਨੂੰ ਦੇਖਿਆ ਕਿ ਤੂੰ ਇੱਕ ਕੁੜੀ ਆ ਤਾਂ ਉਹ ਗੁੱਸੇ 'ਚ ਅੱਗ ਬਬੂਲਾ ਹੋ ਗਿਆ ਤੇ ਹਰ ਰੋਜ਼ ਮੈਨੂੰ ਕੁੱਟਣ ਮਾਰਨ ਲੱਗਿਆ। ਮੈਂ ਤੈਨੂੰ ਕਿਤੇ ਵੇਚ ਦੇਵਾਂ ਤਾਂ ਕਿ ਸਾਡੇ ਕੋਲ ਬਹੁਤ ਸਾਰੇ ਪੈਸੇ ਆ ਜਾਣ ਤੇ ਤੈਨੂੰ ਛੱਡ ਕੇ ਮੈਂ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਜਾਵਾਂ, ਕਿਉਂਕਿ ਉਸ ਸਮੇਂ ਤੂੰ ਬਹੁਤ ਛੋਟੀ ਸੀ ਤੇ ਤੂੰ ਮੇਰੀ ਗੋਦੀ 'ਚ ਆ ਗਈ। ਮੈਂ ਕੰਮ ਕਰਨਾ ਛੱਡ ਦਿੱਤਾ, ਪਰ ਇੱਕ ਦਿਨ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਇਹ ਸਾਰੇ ਅਤਿਆਚਾਰ ਸਹਿਣ ਨਹੀਂ ਕਰ ਸਕਦੀ। ਮੈਂ ਤੇਰੇ ਪਾਪਾ ਨੂੰ ਬੋਲ ਦਿੱਤਾ ਕਿ ਮੈਂ ਆਪਣੀ ਬੇਟੀ ਨੂੰ ਨਹੀਂ ਵੇਚਾਂਗੀ। ਤੇਰੇ ਪਾਪਾ ਦੇ ਬਹੁਤ ਸਾਰੇ ਫਰੈਂਡ ਸੀ, ਉਹ ਬਹੁਤ ਹੀ ਵਿਗੜੇ ਹੋਏ ਸੀ। ਉਹ ਆਪ ਤਾਂ ਕੁਆਰੇ ਸੀ, ਅਮੀਰ ਬਾਪ ਦੇ ਬੇਟੇ ਸੀ, ਇਸ ਲਈ ਕਦੇ ਪੈਸੇ ਕਮਾਉਣ ਦੀ ਜ਼ਰੂਰਤ ਨਹੀਂ ਪਈ। ਤੇਰੇ ਪਾਪਾ ਨੂੰ ਬੇਟਾ ਚਾਹੀਦਾ ਸੀ। ਤੇਰੇ ਪਾਪਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਛੱਡ ਦੇਵਾਂਗਾ, ਤੂੰ ਆਪਣੀ ਬੇਟੀ ਨੂੰ ਵੇਚ ਦੇ। ਪਰ ਮੈਂ ਤੈਨੂੰ ਕਿਵੇਂ ਵੇਚ ਸਕਦੀ ਸੀ? ਤੂੰ ਤਾਂ ਮੇਰੇ ਸਰੀਰ ਦਾ ਹਿੱਸਾ ਸੀ। ਮੈਂ ਤੇਰੇ ਪਾਪਾ ਨੂੰ ਛੱਡਣ ਦਾ ਫੈਸਲਾ ਕਰ ਲਿਆ। ਤੇਰੇ ਪਾਪਾ ਨੂੰ ਕਿਸੇ ਨੇ ਦੱਸਿਆ ਕਿ ਇੱਕ ਕੁੜੀ ਆ ਤੇ ਤੂੰ ਚਾਹੇ ਤਾਂ ਉਸ ਨਾਲ ਵਿਆਹ ਕਰਵਾ ਸਕਦਾ, ਉਹ ਬਹੁਤ ਅਮੀਰ ਆ, ਪਰ ਤੈਨੂੰ ਉਸ ਘਰ ਵਿੱਚ ਜਵਾਈ ਬਣ ਕੇ ਰਹਿਣਾ ਪੈਣਾ। ਤੇਰੇ ਪਾਪਾ ਮੈਨੂੰ ਛੱਡ ਕੇ ਚਲੇ ਗਏ। ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਉਸ ਕੁੜੀ ਨਾਲ ਵਿਆਹ ਕਰਵਾ ਲੈਣਗੇ ਤੇ ਉੱਥੇ ਘਰ ਜਵਾਈ ਬਣ ਕੇ ਰਹਿਣਗੇ। ਮੈਂ ਵੀ ਤੇਰੇ ਪਾਪਾ ਨੂੰ ਨਹੀਂ ਰੋਕਿਆ। ਉਹਨਾਂ ਨੇ ਕਿਸੇ ਕੁੜੀ ਨਾਲ ਵਿਆਹ ਕਰਵਾ ਲਿਆ। ਮੈਂ ਇਕੱਲੀ ਨਹੀਂ ਤੇਰੀ ਪਰਵਰਿਸ਼ ਕੀਤੀ। ਆਸ ਗੁਆਂਢ ਮੈਨੂੰ ਸਾਰੀ ਜ਼ਿੰਦਗੀ ਗਲਤ ਸਮਝਦੇ ਰਹੇ। ਫਿਰ ਹੌਲੀ ਹੌਲੀ ਤੂੰ ਵੱਡੀ ਹੁੰਦੀ ਗਈ, ਤੂੰ ਜਵਾਨ ਹੋ ਗਈ। ਜਦੋਂ ਮੈਂ ਪਹਿਲੇ ਦਿਨ ਆਫਿਸ ਗਈ ਸੀ ਤਾਂ ਤੇਰੇ ਪਾਪਾ ਨੂੰ ਆਪਣੇ ਆਫਿਸ ਵਿੱਚ ਚਾਹ ਦਿੰਦੇ ਹੋਏ ਦੇਖਿਆ ਤਾਂ ਉਹ ਵੀ ਮੈਨੂੰ ਪਹਿਚਾਣ ਗਏ। ਮੈਂ ਉਦੋਂ ਤੋਂ ਪਰੇਸ਼ਾਨ ਰਹਿਣ ਲੱਗ ਗਈ।
ਮੈਂ ਨਹੀਂ ਚਾਹੁੰਦੀ ਸੀ ਕਿ ਤੇਰੇ ਪਾਪਾ ਦੇ ਬਾਰੇ ਤੈਨੂੰ ਪਤਾ ਲੱਗੇ, ਕਿਉਂਕਿ ਬਚਪਨ ਵਿੱਚ ਉਹ ਤੈਨੂੰ ਵੇਚਣਾ ਚਾਹੁੰਦੇ ਸੀ ਤੇ ਮੈਨੂੰ ਡਰ ਸੀ ਕਿ ਕਿਤੇ ਉਹ ਫਿਰ ਅਜਿਹਾ ਨਾ ਕਰਨ। ਇਸ ਲਈ ਮੈਂ ਉਸ ਤੋਂ ਤੈਨੂੰ ਦੂਰ ਰੱਖਦੀ ਸੀ। ਜਦੋਂ ਤੇਰੇ ਪਾਪਾ ਦਾ ਸਾਹਮਣਾ ਮੇਰੇ ਨਾਲ ਹੋਇਆ ਤਾਂ ਮੇਰੇ ਤੋਂ ਮਾफ़ੀ ਮੰਗ ਰਹੇ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਮਾफ़ ਕਰ ਦੇ। ਜਿਸ ਕੁੜੀ ਨਾਲ ਉਸਨੇ ਵਿਆਹ ਕਰਵਾਇਆ ਸੀ ਉਹ ਇਹਨਾਂ ਤੋਂ ਸਾਰਾ ਘਰ-ਬਾਰ ਆਪਣੇ ਨਾਮ ਕਰਵਾ ਕੇ ਕਿਸੇ ਹੋਰ ਨਾਲ ਭੱਜ ਗਈ। ਅੱਜ ਵੀ ਮੇਰੇ ਤੋਂ ਤੇਰੇ ਪਾਪਾ ਮਾफ़ੀ ਮੰਗ ਰਹੇ ਸੀ, ਪਰ ਮੈਂ ਉਹਨਾਂ ਨੂੰ ਮਾफ़ ਨਹੀਂ ਕਰ ਸਕਦੀ। ਮੈਂ ਮੰਮੀ ਨੂੰ ਕਿਹਾ ਕਿ ਮੰਮੀ, ਹੁਣ ਜੋ ਵੀ ਕੁਝ ਹੋਇਆ ਉਸ ਦੇ ਲਈ ਤੁਸੀਂ ਪਾਪਾ ਨੂੰ ਮਾफ़ ਕਰ ਦਿਓ। ਪਾਪਾ ਵੀ ਆਪਣੀ ਜ਼ਿੰਦਗੀ 'ਚ ਕਾफ़ੀ ਕੁਝ ਬਰਦਾਸ਼ਤ ਕਰ ਚੁੱਕੇ ਆ। ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਆ। ਤੁਸੀਂ ਆਪਣਾ ਦਿਲ ਵੱਡਾ ਕਰਕੇ ਉਹਨਾਂ ਨੂੰ ਮਾफ़ ਕਰ ਦਿਓ। ਵਕਤ ਦੇ ਨਾਲ ਨਾਲ ਮੰਮੀ ਨੇ ਪਾਪਾ ਨੂੰ ਮਾफ़ ਕਰ ਦਿੱਤਾ। ਸੋ ਦੋਸਤੋ, ਵਕਤ ਦੇ ਨਾਲ ਨਾਲ ਗਲਤੀ ਕਰਨ ਵਾਲੇ ਇਨਸਾਨ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਜਾਂਦਾ। ਸਾਨੂੰ ਆਪਣੇ ਦਿਲ ਨੂੰ ਵੱਡਾ ਕਰਕੇ ਉਸ ਨੂੰ ਮਾफ़ ਕਰ ਦੇਣਾ ਚਾਹੀਦਾ, ਕਿਉਂਕਿ ਉਸ ਦੇ ਕੀਤੇ ਦੀ ਸਜ਼ਾ ਅਸੀਂ ਨਹੀਂ ਦੇ ਸਕਦੇ। ਲੰਘਿਆ ਹੋਇਆ ਵਕਤ ਅਤੇ ਹਾਲਾਤ ਇਨਸਾਨ ਨੂੰ ਬਦਲ ਕੇ ਰੱਖ ਦਿੰਦੇ ਆ। ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਤੋਂ ਕੋਈ ਮਾफ़ੀ ਮੰਗੇ, ਪੂਰੀ ਤਰ੍ਹਾਂ ਤੁਹਾਡੇ ਲਈ ਸੁਧਰ ਜਾਵੇ, ਤਾਂ ਉਸ ਨੂੰ ਮਾफ़ ਕਰ ਦੇਣਾ ਚਾਹੀਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।